ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1380 ਤੇ 42 ਨੰਬਰ ਤੋਂ ਬਾਅਦ ਦੂਸਰੀ ਪੰਕਤੀ ਹੈ। 43ਵਾਂ ਸ਼ਲੋਕ ਸ਼ੁਰੂ ਹੁੰਦਾ ਹੈ। ਬਾਬਾ ਫਰੀਦ ਜੀ ਲਿਖਦੇ, ਕੰਧ ਕੁਹਾੜਾ ਸਿਰ ਘੜਾ, ਵਣ ਕੈ ਸਰ ਲੋਹਾਰ, ਫਰੀਦਾ ਹਾਂ ਲੋੜੀ ਸ਼ਹਿ ਆਪਣਾ, ਤੂੰ ਲੋੜੈ ਅੰਗਿਆਰ। ਇੱਥੇ ਸ਼ਬਦ ਹੈ ਕੰਧ, ਹਿੰਦੀ ਦਾ ਸ਼ਬਦ ਹੈ ਕੰਧਾ। ਕੰਧਾ ਮਨੇ ਮੋਢਾ, ਕੰਧ ਮੋਢੇ ਉੱਤੇ, ਕੁਹਾੜਾ ਸਿਰ, ਸਿਰ ਉੱਤੇ, ਘੜਾ ਵਣ ਦਰਖਤ ਨੂੰ ਕਹਿੰਦੇ ਨੇ। ਕੈ ਹੁੰਦਾ ਦੇ, ਸਰ ਹੁੰਦਾ ਕੋਲ, ਲੋਹਾਰ ਲੋਹਾਰ ਜਿਹੜੇ ਦਰਖਤਾਂ ਨੂੰ ਵੜਦਾ। ਫਰੀਦਾ ਹੋਂ ਲੋੜੀ ਸ਼ਹਿ ਆਪਣਾ, ਇਹਨੂੰ ਸ਼ਾਹ ਨਹੀਂ ਪੜਨਾ, ਕਿਉਂਕਿ ਇਹ ਸ਼ਹਿ ਜਿਹੜਾ ਹੈ, ਸ਼ਾਹ ਜਿਹਨੂੰ ਕਹਿੰਦੇ ਨੇ, ਇਹ ਨਾਮ ਹੈ ਪਤੀ ਪਰਮਾਤਮਾ। ਨਾਮ ਦਾ ਜਿਹੜਾ ਹਾਹਾ ਹੁੰਦਾ ਉਹ ਨਹੀਂ ਬੋਲਿਆ ਕਰਦਾ, ਇਸ ਲਈ ਇਹ ਬਾਕੀ ਰਹਿ ਗਿਆ ਸੱਸਾ ਹਾਹਾ। ਇਹ ਹੁਣ ਬਣ ਗਿਆ ਹਿੰਦੀ ਦਾ ਸ਼ਬਦ। ਇਹਦਾ ਉਚਾਰਨ ਹੈ ਸ਼ਹਿ, ਸੱਸੇ ਦੇ ਪੈਰ ਬਿੰਦੀ, ਉੱਪਰ ਦਲਾਵਾਂ ਹਾਹਾ। ਸ਼ਹਿ ਦਾ ਮਤਲਬ ਪ੍ਰਭੂ ਪਤੀ। ਜੇ ਕਿਤੇ ਫਾਰਸੀ ਦਾ ਸ਼ਬਦ ਹੁੰਦਾ ਫਿਰ ਇਹਨੂੰ ਪੜ੍ਹਨਾ ਸੀ ਸ਼ਾਹ, ਫਿਰ ਸੱਸੇ ਪੈਰ ਬਿੰਦੀ ਕੰਨਾ ਹਾਹਾ, ਇਹਨੂੰ ਫਿਰ ਸ਼ਾਹ ਬੋਲਣਾ ਸੀ। ਮੀਨਿੰਗ ਇੱਕੋ ਹੀ, ਸ਼ਹਿ ਪ੍ਰਭੂਪਤੀ, ਸ਼ਾਹ ਉਹ ਵੀ ਪ੍ਰਭੂਪਤੀ। ਇਸ ਲਈ ਇੱਥੇ ਕਿਉਂਕਿ ਹਿੰਦੀ ਦਾ ਚੱਲ ਰਿਹਾ ਹੈ, ਇਸ ਲਈ ਇਹਦਾ ਉਚਾਰਨ ਹੈ ਸ਼ਹਿ। ਫਿਰ ਸੁਣ ਲਓ, ਕੰਧ ਕੁਹਾੜਾ ਸਿਰ ਘੜਾ, ਵਣ ਕੈ ਸਰ ਲੋਹਾਰ, ਫਰੀਦਾ ਹਾਂ ਲੋੜੀ। ਕਿਉਂਕਿ ਜਦੋਂ ਕਿਸੇ ਵਾਕ 'ਚ ਹੋਂ ਆ ਜਾਏ, ਮੈਂ ਆ ਜਾਏ, ਅੱਗੇ ਜਿਹੜੀ ਕਿਰਿਆ ਹੁੰਦੀ ਉਹ ਨਕਰ ਹੀ ਬੋਲੀ ਜਾਂਦੀ ਹੈ। ਲੋੜੀ ਨੂੰ ਬੋਲਾਂਗੇ ਲੋੜੀ, ਚਾਹੁੰਦਾ ਹਾਂ ਲੋੜੀ ਸ਼ਹਿ ਆਪਣਾ, ਤੂੰ ਲੋੜੈ ਅੰਗਿਆਰ। ਫਰੀਦ ਸਾਹਿਬ ਜੰਗਲ 'ਚ ਬੈਠੇ ਭਜਨ ਬੰਦਗੀ ਕਰਨ। ਉਹ ਤੇ ਜੰਗਲ ਦੇ 'ਚ ਰੱਬ ਨੂੰ ਮਿਲਣ ਆਏ। ਕੀ ਦੇਖਦੇ ਨੇ? ਇੱਕ ਲੋਹਾਰ ਨੇ ਮੋਢੇ ਤੇ ਕੁਹਾੜਾ ਰੱਖਿਆ ਹੋਇਆ, ਸਿਰ ਤੇ ਪਾਣੀ ਵਾਲਾ ਘੜਾ ਚੱਕਿਆ ਹੋਇਆ, ਤੇ ਦਰਖਤ ਦੇ ਕੋਲ ਆ ਕੇ ਖਲੋ ਗਿਆ ਹੈ ਵੀ ਮੈਂ ਇਸ ਦਰਖਤ ਨੂੰ ਵੱਢਾਂਗਾ। ਉਹ ਦਰਖਤ ਵੱਢਣ ਲਈ ਆਇਆ ਹੈ। ਦੋਨਾਂ ਦੀ ਭਾਵਨਾ 'ਚ ਫਰਕ ਹੈ। ਇੱਕ ਦਰਖਤ ਕੋਲੇ ਆਇਆ ਵੀ ਇਹਦੇ ਹੇਠਾਂ ਮੈਂ ਬੈਠ ਕੇ ਭਜਨ ਬੰਦਗੀ ਕਰਾਂਗਾ, ਦੂਜਾ ਆਇਆ ਮੈਂ ਇਸ ਦਰਖਤ ਨੂੰ ਵੱਢਾਂਗਾ। ਫਰੀਦ ਸਾਹਿਬ ਕਹਿੰਦੇ, ਫਰੀਦਾ ਹੋਂ ਲੋੜੀ ਸ਼ਹਿ ਆਪਣਾ, ਮੈਂ ਤੇ ਆਪਣੇ ਪ੍ਰਭੂ ਪਤੀ ਨੂੰ ਲੱਭਦਾ ਫਿਰਦਾ, ਤੂੰ ਲੋੜੈ ਅੰਗਿਆਰ, ਤੇ ਹੇ ਲੋਹਾਰ ਤੂੰ ਕੋਲਿਆਂ ਨੂੰ ਢੂੰਡਦਾ ਫਿਰਦਾ। ਅੰਗਿਆਰ ਭਾਵ ਕੋਲੇ, ਜਿਵੇਂ ਗਰਮ ਗਰਮ ਕੋਲੇ ਹੁੰਦੇ ਨੇ। ਕਿਉਂਕਿ ਬਹੁਤ ਸਾਰੇ ਲੋਕ ਦਰਖਤ ਵੱਢ ਕੇ ਫਿਰ ਉਹਨਾਂ ਨੂੰ ਜਲਾਉਂਦੇ ਨੇ, ਜਿਹੜੇ ਫਿਰ ਜੇ ਉਹਨਾਂ ਦੇ ਕੋਲੇ ਹੁੰਦੇ ਨੇ ਉਹਨਾਂ ਨੂੰ ਜਾ ਕੇ ਬਾਜ਼ਾਰ 'ਚ ਵੇਚਦੇ ਨੇ। ਕਈਆਂ ਦਾ ਇਹ ਕਿੱਤਾ। ਜਿਵੇਂ ਇੱਕ ਬੰਦਾ ਸੀ, ਉਹ ਵੀ ਇਸ ਤਰ੍ਹਾਂ ਦਰਖਤ ਵੱਢ ਕੇ ਉਹਨਾਂ ਦੇ ਕੋਲੇ ਬਣਾ ਕੇ ਬਾਜ਼ਾਰ 'ਚ ਵੇਚਿਆ ਕਰਦਾ ਸੀ। ਇੱਕ ਵਾਰੀ ਅਚਾਨਕ ਰਾਜਾ ਜਿਹੜਾ ਹੈ ਉਹ ਸ਼ਿਕਾਰ ਖੇਡਣ ਲਈ ਬਾਹਰ ਨਿਕਲਿਆ। ਸ਼ਿਕਾਰ ਦੇ ਮਗਰ ਘੋੜਾ ਦੜਾਇਆ ਹੈ, ਸ਼ਿਕਾਰ ਨਹੀਂ ਲੱਭਾ। ਪਰ ਰਾਜੇ ਨੂੰ ਕੁਝ ਸਮੇਂ ਬਾਅਦ ਬਹੁਤ ਜ਼ਿਆਦਾ ਪਿਆਸ ਲੱਗੀ। ਹੁਣ ਕਿਤੋਂ ਪਾਣੀ ਨਹੀਂ ਲੱਭ ਰਿਹਾ ਤੇ ਸ਼ਹਿਰ ਹੈਗਾ ਦੂਰ, ਸ਼ਹਿਰ ਹੈਗਾ ਦੂਰ। ਉਹਨੇ ਕਿਹਾ ਵੀ ਦੇਖਦੇ ਉਹਨੂੰ। ਉਹਨਾਂ ਇੱਕ ਲੱਕੜਹਾਰਾ ਦੱਸੇ, ਜੇ ਲੱਕੜੀਆਂ ਵੱਢਦਾ ਉਹਨੂੰ ਕਹਿੰਦੇ ਲੱਕੜਹਾਰਾ। ਰਾਜੇ ਨੇ ਸੋਚਿਆ ਵੀ ਇਹਨਾਂ ਕੋਲ ਜ਼ਰੂਰ ਪਾਣੀ ਹੁੰਦਾ। ਰਾਜਾ ਉਹਦੇ ਕੋਲੇ ਗਿਆ, ਕਹਿੰਦਾ ਭਾਈ ਮੈਨੂੰ ਤੇਰੇ ਕੋਲ ਪਾਣੀ ਹੈ? ਕਹਿੰਦਾ ਹਾਂਜੀ ਹੈ। ਕਹਿੰਦੇ ਮੈਨੂੰ ਬਹੁਤ ਪਿਆਸ ਲੱਗੀ ਹੈ, ਮੈਨੂੰ ਤਾਂ ਪਾਣੀ ਪਿਲਾ ਦੇ। ਉਹਨੇ ਕਿਹਾ ਪੀ ਲਓ ਜੀ।
ਰਾਜੇ ਦੀ ਪਿਆਸ ਬੁਝ ਗਈ, ਜਾਣ 'ਚ ਜਾਣ ਪਈ। ਰਾਜ ਨੇ ਆਪਣੇ ਹੱਥ ਦੀ ਅੰਗੂਠੀ ਲਾ ਕੇ ਉਸ ਲੱਕੜਹਾਰੇ ਨੂੰ ਦਿੱਤੀ। ਕਹਿੰਦਾ ਭਈ ਜਦੋਂ ਤੈਨੂੰ ਕੋਈ ਮੇਰੇ ਤੱਕ ਕੰਮ ਪਵੇ ਤੂੰ ਮੇਰੇ ਮਹਿਲ 'ਚ ਆ ਜਾਈਂ। ਜਿਹੜਾ ਕਿ ਗੇਟ ਕੀਪਰ ਦਰਬਾਨ ਜਿਹਨੂੰ ਕਹਿੰਦੇ ਨੇ, ਉਹ ਜੇ ਤੈਨੂੰ ਰੋਕੇ ਤੂੰ ਇਹ ਅੰਗੂਠੀ ਵਿਖਾ ਦੇ, ਉਹ ਫਿਰ ਤੈਨੂੰ ਅੰਦਰ ਲੈ ਆਵੇਗਾ। ਫਿਰ ਜਿਹੜੇ ਤੈਨੂੰ ਚੀਜ਼ ਚਾਹੀਦੀ ਤੂੰ ਮੈਨੂੰ ਦੱਸ ਦੇ। ਚਲੋ ਰਾਜਾ ਚਲਿਆ ਗਿਆ। ਉਹ ਵੀ ਲੱਕੜਾਂ ਲੁਕੜਾਂ ਵੱਢ ਕੇ ਉਹ ਘਰ ਆ ਗਿਆ। ਘਰ ਨਾਲ ਕਹਿੰਦਾ ਵੀ ਆਹ ਗੱਲ ਅੱਜ ਹੋਈ। 2-4 ਦਿਨਾਂ ਬਾਅਦ ਉਹਦੀ ਘਰ ਵਾਲੀ ਕਹਿੰਦੀ ਵੀ ਆਪਾਂ ਇੰਨੇ ਗਰੀਬ ਹਾਂ ਤੇ ਤੁਸੀਂ ਰਾਜੇ ਨੂੰ ਮਿਲੋ ਜੀ, ਸਾਡੀ ਕੋਈ ਗਰੀਬੀ ਦੂਰ ਕਰ ਦਿਓ। ਉਹ ਮੁੰਦਰੀ ਲੈ ਕੇ ਰਾਜ ਦੇ ਦਰਬਾਰ ਚਲਿਆ ਗਿਆ। ਦਰਬਾਰ ਨੂੰ ਕਹਿੰਦਾ ਵੀ ਆਹ ਰਾਜੇ ਨੇ ਮੈਨੂੰ ਮੁੰਦਰੀ ਦਿੱਤੀ ਸੀ, ਮੈਂ ਉਹਨੂੰ ਮਿਲਣਾ। ਉਹਨੇ ਦੇਖਿਆ ਵੀ ਹੋਰ ਲੱਗੀ ਹੋਈ ਰਾਜੇ ਦੀ ਮੁੰਦਰੀ ਹੈ। ਉਹ ਅੰਦਰ ਚਲਿਆ ਗਿਆ। ਕਹਿੰਦਾ ਜੀ ਇੱਕ ਬੰਦਾ ਹੈ ਗਰੀਬ ਜਿਹਾ, ਆਹ ਮੁੰਦਰੀ ਲੈ ਕੇ ਆਇਆ ਹੈ, ਕਹਿੰਦਾ ਮੈਂ ਮਿਲਣਾ ਰਾਜੇ ਨੂੰ। ਉਹਨੇ ਪਹਿਚਾਣ ਲਈ। ਕਹਿੰਦੇ ਲੈ ਉਹਨੇ ਸਤਿਕਾਰ ਸਹਿਤ ਅੰਦਰ ਲੈ ਆਇਆ। ਉਹ ਲੱਕੜਹਾਰੇ ਨੂੰ ਅੰਦਰ ਲੈ ਗਿਆ। ਹਾਂ, ਰਾਜਾ ਕਹਿੰਦਾ ਬੋਲ ਭਾਈ ਕਿਵੇਂ ਆਇਆ ਤੂੰ, ਕੀ ਚਾਹੀਦਾ? ਕਹਿੰਦਾ ਜੀ ਮੈਂ ਬਹੁਤ ਗਰੀਬ ਹਾਂ, ਤੁਹਾਨੂੰ ਪਤਾ ਹੀ ਹੈ, ਵੀ ਮੇਰੀ ਗਰੀਬੀ ਦੂਰ ਹੋ ਜਾਏ, ਕੋਈ ਪ੍ਰਬੰਧ ਕਰੋ। ਉਹ ਕਿ ਤੂੰ ਕਿੱਥੇ ਰਹਿਣਾ? ਉਹਨੇ ਦੱਸਿਆ ਫਲਾਣੇ ਥਾਂ ਤੇ। ਉਹਨੇ ਸੋਚਿਆ ਵੀ ਇਹਦੇ ਘਰ ਦੇ ਨੇ, ਇਹ ਤਾਂ ਐਡੀ ਦੂਰ ਪਹਿਲਾਂ ਜੰਗਲ 'ਚ ਆਉਂਦਾ ਸੀ, ਚਲੋ ਇਹਨੇ ਮੇਰੀ ਜਾਨ ਬਚਾਈ, ਆਪਾਂ ਇਹਨੂੰ ਲੱਖਾਂਪਤੀ ਬਣਾ ਦਿੰਦੇ। ਉਹਦੇ ਘਰ ਦੇ ਨੇੜੇ ਚੰਦਨ ਦਾ ਜੰਗਲ ਸੀ। ਰਾਜਾ ਕਹਿੰਦਾ ਵੀ ਮੈਂ ਤੈਨੂੰ ਚੰਦਨ ਦਾ ਬਾਗ ਦਿੱਤਾ। ਨੌਕਰ ਨੂੰ ਕਹਿੰਦਾ ਮੈਨੂੰ ਵਿਖਾ ਦੇ। ਉਹ ਵਿਖਾਇਆ। ਲੁਹਾਰ ਬੜਾ ਖੁਸ਼ ਹੋਇਆ ਵੀ ਚਲੋ ਮੈਨੂੰ ਜਿਵੇਂ ਆਹ ਦਰਖਤ ਕੱਟਣੇ ਨੇ, ਮੈਂ ਘਰ ਦੇ ਨੇੜੇ ਮਿਲ ਗਏ ਨੇ, ਐਡੀ ਦੂਰ ਜਾਣ ਦੀ ਲੋੜ ਨਹੀਂ। ਉਹਨੂੰ ਚੰਦਨ ਦਾ ਗਿਆਨ ਨਹੀਂ ਸੀ ਵੀ ਚੰਦਨ ਹੈ। ਉਹਨੇ ਵੱਢ ਕੇ ਬੂਟਿਆਂ ਨੂੰ ਉਸੇ ਤਰ੍ਹਾਂ ਹੀ ਜਲਾ ਕੇ ਉਹਨਾਂ ਦੇ ਕੋਲੇ ਬਾਜ਼ਾਰ 'ਚ ਵੇਚਦਾ ਰਿਹਾ। ਹੌਲੀ ਹੌਲੀ ਕੁਝ ਸਾਲਾਂ 'ਚ ਅਖੀਰਲਾ ਗੇੜਾ ਸਾਰਾ ਨੇ ਬਾਗ ਵੱਢ ਕੇ ਵੇਚਦਾ। ਅਖੀਰਲਾ ਗੇੜਾ ਜਦੋਂ ਬਾਜ਼ਾਰ 'ਚ ਲਾਉਣ ਗਿਆ, ਇੱਕ ਬੰਦਾ ਉਹਨੂੰ ਮਿਲ ਪਿਆ। ਕਹਿੰਦਾ ਵੀ ਤੂੰ ਆਪਣਾ ਕੁਹਾੜਾ ਵੇਚਣਾ? ਕਹਿੰਦਾ ਵੇਚ ਜਾਵਾਂਗਾ ਜੀ। ਕਿੰਨੇ ਪੈਸੇ ਲੈਣੇ ਨੇ? ਕਹਿੰਦੇ ਜੋ ਤੁਸੀਂ ਠੀਕ ਸਮਝਦੇ ਦੇ ਦਿਓ। ਮੰਨ ਲਓ ਜਿਵੇਂ ਕੁਹਾੜਾ 10 ਰੁਪਏ ਦਾ ਹੋਵੇ, ਉਹਨਾਂ ਨੂੰ 100 ਰੁਪਈਆ ਦਿੱਤਾ। ਉਹ ਕਹਿੰਦਾ ਵੀ ਇਸ ਕੁਹਾੜੇ 'ਚ ਕੀ ਖੂਬੀ ਜਿਹੜੀ ਤੁਸੀਂ ਮੈਨੂੰ ਤਾਂ 100 ਰੁਪਈਆ ਦਿੰਦੇ? ਕਹਿੰਦੇ ਤੈਨੂੰ ਨਹੀਂ ਪਤਾ? ਕਹਿੰਦਾ ਕਹਿੰਦੇ ਜਿਹੜਾ ਦਸਤਾ ਇਹਦਾ ਇਹ ਚੰਦਨ ਦਾ, ਇਹ ਤੇ ਬਹੁਤ ਮਹਿੰਗਾ ਹੁੰਦਾ ਤੇ ਤਾਂ ਮੈਂ ਤੈਨੂੰ ਦੇ ਰਿਹਾ। ਉਹਨੇ ਮੱਥੇ ਤੇ ਹੱਥ ਮਾਰਿਆ। ਕਹਿੰਦਾ ਓਹੋ, ਜੇ ਮੈਨੂੰ ਪਤਾ ਹੁੰਦਾ ਵੀ ਇੰਨਾ ਮਹਿੰਗਾ ਬੂਟੇ ਹੁੰਦੇ ਨੇ, ਮੈਂ ਕਹਿੰਦਾ ਲੱਖਾਂਪਤੀ ਹੁੰਦਾ। ਕਈ ਵਾਰੀ ਮਨੁੱਖ ਅਗਿਆਨੀ ਹੁੰਦਾ ਹੈ, ਉਹਨੂੰ ਗਿਆਨ ਹੀ ਨਹੀਂ ਹੁੰਦਾ ਆਪਣੇ ਕੰਮ ਦਾ ਵੀ। ਤਾਂ ਉਹਨੂੰ ਸਮਝਾ ਰਹੇ ਨੇ ਮਨੁੱਖ ਨੂੰ ਫਰੀਦ ਸਾਹਿਬ ਦਾ ਲੁਹਾਰ ਦੀ ਉਦਾਹਰਨ ਦੇ ਕੇ ਕਿ ਮੈਂ ਤੇ ਦਰਖਤ ਹੇਠਾਂ ਬੈਠਾ ਵੀ ਭਜਨ ਬੰਦਗੀ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰਾਂਗਾ। ਕਹਿੰਦੇ ਲੁਹਾਰ ਹੈ ਲੁਹਾਰ, ਤੂੰ ਆ ਗਿਆ ਦਰਖਤ ਵੱਢ ਕੇ ਕੋਲੇ ਬਣਾਉਣ ਲਈ। ਕੋਲੇ ਬਣਾਉਣ ਲਈ ਭਾਵ ਮਨੁੱਖ ਨੂੰ ਗਿਆਨ ਨਹੀਂ ਹੈ। ਕੀਮਤੀ ਚੀਜ਼ ਨੂੰ ਸਾੜ ਕੇ ਉਹਦੇ ਕੋਲੇ ਬਣਾ ਰਿਹਾ ਹੈ, ਭਾਵ ਜ਼ਿੰਦਗੀ ਨੂੰ ਵਿਅਰਥ ਗੁਆ ਰਿਹਾ ਹੈ। ਇੱਕ ਨੂੰ ਗਿਆਨ ਹੈ ਕਿ ਮੈਨੂੰ ਮਨੁੱਖਾ ਜੀਵਨ ਮਿਲਿਆ ਹੈ, ਇਹ ਪਰਮਾਤਮਾ ਦੀ ਪ੍ਰਾਪਤੀ ਲਈ ਮਿਲਿਆ ਹੈ। ਉਹ ਵੀ ਦਰਖਤ ਕੋਲੇ, ਦੂਜਾ ਵੀ ਦਰਖਤ ਕੋਲੇ ਹੈ। ਇੱਕ ਦਾ ਤੇ ਸੋਚ ਹੈ ਮੈਂ ਦਰਖਤ ਹੇਠਾਂ ਬੈਠ ਕੇ ਛਾਵੇਂ ਬੈਠ ਕੇ ਪਰਮਾਤਮਾ ਦੀ ਪ੍ਰਾਪਤੀ ਕਰਾਂਗਾ, ਭਜਨ ਬੰਦਗੀ ਕਰਾਂਗਾ। ਦੂਜਾ ਭਜਨ ਬੰਦਗੀ ਲਈ ਨਹੀਂ ਉੱਥੇ ਆਇਆ, ਉਹ ਤੇ ਦਰਖਤ ਨੂੰ ਵੱਢਣ ਆਇਆ। ਇਸੇ ਤਰ੍ਹਾਂ ਦੁਨੀਆ 'ਚ ਅਨੇਕਾਂ ਲੋਕ ਹਨ ਜਿਨ੍ਹਾਂ ਨੂੰ ਨਹੀਂ ਗਿਆਨ ਜੀਵਨ ਦਾ ਕਿ ਮਨੁੱਖਾ ਜੀਵਨ ਕਾਹਦੇ ਲਈ ਮਿਲਿਆ ਹੋਇਆ ਹੈ। ਜਿਵੇਂ ਦਰਖਤ ਕੀਮਤੀ ਹੁੰਦਾ ਹੈ, ਪਰ ਉਹ ਦਰਖਤ ਨੂੰ ਵੱਢ ਕੇ ਉਹਦੇ ਕੋਲੇ ਬਣਾ ਕੇ ਵੇਚ ਰਿਹਾ ਹੈ। ਦੂਸਰਾ ਉਹਦੀ ਛਾਵੇਂ ਬੈਠ ਕੇ ਪਰਮਾਤਮਾ ਦੀ ਭਜਨ ਬੰਦਗੀ ਕਰ ਰਿਹਾ ਹੈ। ਸੋ ਕਈ ਵਾਰੀ ਚੀਜ਼ ਇੱਕੋ ਹੀ ਹੁੰਦੀ ਹੈ, ਵਰਤੋਂ 'ਚ ਫਰਕ ਹੁੰਦਾ ਹੈ ਕਿ ਕੋਈ ਕਿਸੇ ਚੀਜ਼ ਨੂੰ ਕਾਹਦੇ ਲਈ ਵਰਤ ਰਿਹਾ ਹੈ।
ਇੱਕ ਵਰਤ ਰਿਹਾ ਵੀ ਇਹਦੀ ਛਾਂ ਹੋਵੇਗੀ, ਮੈਂ ਛਾਵੇਂ ਬੈਠਾਂਗਾ, ਭਜਨਬੰਦੀ ਕਰਾਂਗਾ। ਦੂਜਾ ਉਸ ਨੂੰ ਵੱਢ ਕੇ ਵੇਚ ਕੇ ਕੋਲੇ ਬਣਾ ਰਿਹਾ ਹੈ। ਸੋ ਇਸੇ ਤਰ੍ਹਾਂ ਮਨੁੱਖਾ ਜੀਵਨ ਮਿਲਿਆ ਹੈ। ਕਈਆਂ ਨੂੰ ਪਤਾ ਹੈ ਇਹ ਜਿਹੜਾ ਮਨੁੱਖਾ ਜੀਵਨ ਹੈ ਇਹ ਸਾਰੇ ਜੀਵਨਾਂ ਨਾਲੋਂ ਕੀਮਤੀ ਹੈ। 84 ਲੱਖ ਜੂਨੀਆਂ ਮੰਨੀਆਂ ਗਈਆਂ ਹਨ। ਵੈਸੇ ਤਾਂ ਜੋ ਪਰਮਾਤਮਾ ਨੇ ਬਣਾਇਆ ਨਾ ਉਹਦੀ ਗਿਣਤੀ ਨਹੀਂ ਹੋ ਸਕਦੀ, ਪਰ ਚਲੋ ਚੱਲ ਪਈ ਵੀ 84 ਲੱਖ ਜੂਨੀਆਂ, ਕਿਉਂਕਿ ਜੇ ਗਿਣਤੀਆਂ ਕੀਤੀਆਂ ਜਾਣ ਤੇ ਕੱਲ੍ਹ ਨੂੰ ਸਾਇੰਸਦਾਨ ਕਹਿ ਦੇਣ ਵੀ 85 ਲੱਖ ਜੂਨੀਆਂ ਨੇ, ਫਿਰ ਧਰਮ ਦੀ ਗੱਲ ਗਲਤ ਹੋ ਜਾਏਗੀ। ਸਮੇਂ ਸਮੇਂ 'ਤੇ ਧਰਮ ਦੀਆਂ ਕਈ ਗੱਲਾਂ ਗਲਤ ਹੋ ਜਾਂਦੀਆਂ ਨੇ। ਜਿਵੇਂ ਬਾਈਬਲ 'ਚ ਲਿਖਿਆ ਵੀ ਧਰਤੀ ਖੜੀ ਹੈ, ਜਿਨ੍ਹਾਂ 'ਚ ਨਹੀਂ ਸੀ ਗਿਆਨ ਸਾਰੇ ਪੂਜਣ ਵਾਲੇ ਕਿ ਧਰਤੀ ਖੜੀ ਹੈ। ਕੋਪਰਨੀਕਸ ਵਰਗੇ ਆਏ, ਗਲੈਲੀਓ ਵਰਗੇ ਆਏ, ਉਹਨਾਂ ਨੇ ਸਿੱਧ ਕਰਤਾ ਕਿ ਧਰਤੀ ਖੜੀ ਨਹੀਂ, ਧਰਤੀ ਘੁੰਮਦੀ ਹੈ। ਜਿਹੜੇ ਧਾਰਮਿਕ ਗ੍ਰੰਥ ਨੇ ਮੁਸਲਮਾਨਾਂ ਦੇ, ਈਸਾਈਆਂ ਦੇ, ਉਹ 'ਚ ਲਿਖਿਆ 7 ਆਕਾਸ਼ 7 ਪਤਾਲ ਨੇ। ਹੁਣ ਸਾਇੰਸਦਾਨਾਂ ਨੇ ਕਿਹਾ ਜਿਵੇਂ ਗੁਰੂ ਨਾਨਕ ਦੇ ਲੱਖਾਂ ਹੀ ਆਕਾਸ਼ ਨੇ, ਲੱਖਾਂ ਹੀ ਪਤਾਲ ਨੇ। ਬਾਈ ਚਾਂਸ ਗੁਰੂ ਨਾਨਕ ਦੇ ਕਦੇ 1 ਲੱਖ ਆਕਾਸ਼ ਨੇ, 1 ਲੱਖ ਪਤਾਲ ਨੇ, ਤਾਂ ਕਿਸੇ ਸਮੇਂ ਗੱਲ ਗਲਤ ਹੋ ਸਕਦੀ ਸੀ। ਸਾਇੰਸਦਾਨ ਕਹਿੰਦੇ 1 ਲੱਖ ਨਹੀਂ, ਪਤਾ ਹੀ ਨਹੀਂ ਕਿੰਨੇ ਲੱਖ ਨੇ। ਉਹਨੇ ਇਸ ਲਈ ਕਿਹਾ ਲੱਖਾਂ ਆਕਾਸ਼ ਨੇ, ਲੱਖਾਂ ਹੀ ਪਤਾਲ ਨੇ। ਉਹ 7 ਵਾਲੀ ਗੱਲ ਗਲਤ ਹੋ ਗਈ। ਜਿਵੇਂ ਲਿਖਿਆ ਵੀ 1 ਲੱਖ ਪੂਤ 1.25 ਲੱਖ ਨਾਤੀ, ਵੀ ਰਾਵਣ ਦੇ 1 ਲੱਖ ਪੁੱਤਰ ਸੀ, 1.25 ਲੱਖ ਪੋਤਰਾ ਸੀ। ਇਹ ਅਸੰਭਵ ਹੈ। ਇਹਦੇ ਵਿੱਚ ਕੋਈ ਲੜਕੀ ਨਹੀਂ ਸੀ, ਕੋਈ ਪੋਤਰੀ ਨਹੀਂ ਸੀ। ਲੱਖ ਦਾ ਲੱਖ ਲੜਕਾ ਹੀ ਹੋਇਆ, ਲੱਖ ਦਾ 1.25 ਲੱਖ ਪੋਤਰਾ ਹੀ ਹੋਇਆ, ਕੋਈ ਪੋਤਰੀ ਨਹੀਂ ਹੋਈ। ਨਹੀਂ ਨਾ ਮੰਨਣ ਵਾਲੀ ਗੱਲ ਕਹੀ ਹੁੰਦੀ ਵੀ ਰਾਮ ਚੰਦਰ ਜੀ ਤੇ ਰਾਵਣ ਇੱਕੋ ਹੀ ਸਮੇਂ ਹੋਏ ਤ੍ਰੇਤੇ ਯੁੱਗ। ਇੱਕ ਦੇ ਤਾਂ 2 ਜਵਾਕ ਨੇ, ਦੂਜੇ ਦੇ ਕਹਿੰਦੇ ਉਹਦਾ ਲੱਖ ਪੁੱਤਰ 1.25 ਲੱਖ ਪੋਤਰਾ ਸੀ। ਇਹ ਕਈ ਗੱਲਾਂ ਅਸੰਭਵ ਹੁੰਦੀਆਂ ਹਨ, ਲਿਖਤਾਂ 'ਚ ਨਹੀਂ ਲਿਆਉਣੀਆਂ ਚਾਹੀਦੀਆਂ। 84 ਲੱਖ ਜੂਨੀ ਵੀ ਜਿਹੜੀ ਲਿਖਤ 'ਚ ਆ ਗਈ ਹੈ ਨਾ, ਪਰਮਾਤਮਾ ਦੀ ਕਿਸੇ ਵੀ ਬਣਾਈ ਹੋਈ ਚੀਜ਼ ਦੀ ਗਿਣਤੀ ਨਹੀਂ ਹੋ ਸਕਦੀ। ਪਰਮਾਤਮਾ ਬੇਅੰਤ ਹੈ, ਉਹਦੀ ਹਰ ਇੱਕ ਚੀਜ਼ ਬਣਾਈ ਹੋਈ ਵੀ ਬੇਅੰਤ ਹੈ, ਗਿਣਤੀਆਂ ਮਿਣਤੀਆਂ 'ਚ ਨਹੀਂ ਆ ਸਕਦੀ। ਪਰ ਚਲੋ ਕਿਉਂਕਿ ਧਾਰਮਿਕ ਗ੍ਰੰਥਾਂ ਚੱਲ ਰਿਹਾ ਹੈ ਵੀ 84 ਲੱਖ ਜੂਨੀਆਂ ਹਨ, ਉਹਨਾਂ 'ਚ ਮਨੁੱਖਾ ਜੀਵਨ ਨੂੰ ਸਰਵੋਤਮ ਗਿਣਿਆ ਗਿਆ ਵੀ ਬਾਕੀ ਜੂਨੀਆਂ ਨੂੰ ਇੰਨੀ ਪਰਮਾਤਮਾ ਨੇ ਸੋਝੀ ਨਹੀਂ ਦਿੱਤੀ ਜਿੰਨੀ ਮਨੁੱਖ ਨੂੰ ਦਿੱਤੀ ਹੈ। ਇਹੀ ਕਾਰਨ ਹੈ ਕਿ ਮਨੁੱਖ ਆਪਣੀ ਸੂਝ-ਬੂਝ ਕਾਰਨ ਹੀ ਬਾਕੀ ਜੂਨੀਆਂ ਨੂੰ ਕਾਬੂ 'ਚ ਰੱਖਦਾ। ਸ਼ੇਰ, ਹਾਥੀ ਕਿੰਨੇ ਤਾਕਤਵਰ ਹੁੰਦੇ ਨੇ, ਪਰ ਇਹ ਵੀ ਮਨੁੱਖ ਦੇ ਕੰਟਰੋਲ 'ਚ ਹੁੰਦੇ। ਸੋ ਮਨੁੱਖਾ ਜੀਵਨ ਬਹੁਤ ਜ਼ਿਆਦਾ ਕੀਮਤੀ ਹੈ ਤੇ ਇਹਦੀ ਕੀਮਤ ਤਾਂ ਹੀ ਹੈ ਜੇ ਭਜਨ ਬੰਦਗੀ ਕਰਕੇ ਇਸ ਨੂੰ ਸਫਲ ਕੀਤਾ ਜਾਵੇ। ਇਹਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਅੱਗੇ ਫਰੀਦ ਸਾਹਿਬ ਕਹਿੰਦੇ, ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੂਣ, ਅੱਗੇ ਗਏ ਸਿੰਝਾਪਸਨ, ਚੋਟਾਂ ਖਾਸੀ ਕੌਣ। ਇੱਕ ਨਾ ਮੈਨੇ ਕਈਆਂ ਕੋਲ, ਅਗਲਾ ਮੈਨੇ ਬਹੁਤ ਜ਼ਿਆਦਾ, ਲੂਣ ਮੈਨੇ ਲੂਣ ਨਮਕ ਜਿਹਨੂੰ ਕਹਿੰਦੇ। ਸਿੰਝਾਪਸਨ ਹੁੰਦਾ ਪਤਾ ਲੱਗਣ ਵਾਲਾ ਕਿ ਮੈਂ ਤੈਨੂੰ ਸਿੰਝਾਣਿਆ ਨਹੀਂ। ਉਹ ਸਿੰਝਾਣਿਆ ਪਾਕਿਸਤਾਨੀ ਸ਼ਬਦ ਹੈ, ਇੱਧਰ ਇਹਨੂੰ ਬੋਲਣਾ ਨਹੀਂ ਸੀ ਆਉਂਦਾ। ਸਿੰਝਾਣਿਆ ਇਹ ਤਾਂ ਕਹਿਣ ਲੱਗਾ ਸੀ ਤੈਨੂੰ ਸਿਆਣਿਆ ਨਹੀਂ, ਵੀ ਪਹਿਚਾਣਿਆ ਨਹੀਂ ਹੈਗਾ। ਸਿੰਝਾਪਸਨ ਹੁੰਦਾ ਪਤਾ ਲੱਗਣਾ ਕਿਸੇ ਚੀਜ਼ ਦਾ। ਫਰੀਦਾ ਇੱਕ ਨਾ ਆਟਾ ਅਗਲਾ, ਕਈਆਂ ਕੋਲ ਤਾਂ ਬਹੁਤ ਆਟਾ ਹੈ, ਭਾਵ ਖਾਣ ਵਾਲੇ ਪਦਾਰਥ ਬਹੁਤ ਜ਼ਿਆਦਾ, ਕਈਆਂ ਕੋਲ ਖਾਣ ਪੀਣ ਨੂੰ ਬਹੁਤ ਹੈ। ਇੱਕ ਨਾ ਹੀ ਲੂਣ, ਤੇ ਕਈਆਂ ਕੋਲ ਵਿਚਾਰੇ ਕੋਈ ਲੂਣ ਵੀ ਨਹੀਂ ਹੈ ਵੀ ਜਿਹਦੇ ਰੋਟੀ ਖਾ ਸਕਣ। ਭਾਵ ਕਈ ਤੇ ਬਹੁਤ ਅਮੀਰ ਨੇ ਤੇ ਕਈ ਬਹੁਤ ਗਰੀਬ ਨੇ। ਅਮੀਰੀ ਗਰੀਬੀ ਇਹ ਜਦੋਂ ਦਾ ਸਮਾਜ ਬਣਿਆ ਉਦੋਂ ਤੋਂ ਚੱਲੀ ਆ ਰਹੀ ਹੈ। ਇਹ ਅਮੀਰੀ ਗਰੀਬੀ ਸ਼ੁਰੂ ਤੋਂ ਹੀ ਹੈ ਅਤੇ ਅੰਤ ਤੱਕ ਵੀ ਰਹੇਗੀ। ਇਹ ਬਰਾਬਰ ਨਹੀਂ ਕਦੇ ਹੋ ਸਕਦੇ। ਫਰਕ ਫਿਰ
ਅਮੀਰ ਦੇਸ਼ ਨੇ ਉੱਥੇ ਵੀ ਗਰੀਬ ਲੋਕ ਨੇ। ਜਿਨ੍ਹਾਂ ਦੇਸ਼ਾਂ ਨੂੰ ਅਸੀਂ ਬਹੁਤ ਅਮੀਰ ਗਿਣਦੇ ਹਾਂ, ਅਮਰੀਕਾ ਕੈਨੇਡਾ ਨੂੰ, ਉੱਥੇ ਵੀ ਗਰੀਬ ਲੋਕ ਹਨ। ਗਰੀਬੀ ਅਮੀਰੀ ਚੱਲੀ ਆ ਰਹੀ ਹੈ ਸਦੀਆਂ ਤੋਂ। ਇਸ ਲਈ ਕਈਆਂ ਕੋਲ ਤਾਂ ਬਹੁਤ ਆਟਾ ਹੈ, ਭਾਵ ਬਹੁਤ ਪਦਾਰਥ ਨੇ ਖਾਣ ਵਾਲੇ। ਇੱਕ ਨਾ ਹੀ ਲੂਣ, ਜੇ ਕਈਆਂ ਵਿਚਾਰਿਆਂ ਕੋਲ ਲੂਣ ਵੀ ਨਹੀਂ ਹੈ, ਭਾਵ ਸਧਾਰਨ ਰੋਟੀ ਵੀ ਖਾਣ ਨੂੰ ਨਹੀਂ ਹੈ। ਅੱਗੇ ਗਏ ਸਿੰਝਾਪਸਨ, ਅੱਗੇ ਪ੍ਰਮਾਤਮਾ ਦੇ ਦਰ ਤੇ ਜਦੋਂ ਜਾਣਗੇ ਨਾ, ਫਿਰ ਪਤਾ ਲੱਗੂ ਚੋਟਾਂ ਖਾਸੀ ਕੌਣ, ਕਿ ਜਮਦੂਤਾਂ ਦੇ ਡੰਡੇ ਇਹ ਅਮੀਰ ਖਾਏਗਾ ਕਿ ਗਰੀਬ ਖਾਏਗਾ। ਹੋ ਸਕਦਾ ਅਮੀਰ ਆਪਣੇ ਹੰਕਾਰ ਵਿੱਚ ਆ ਕੇ ਭਜਨ ਬੰਦਗੀ ਕਰਦਾ ਹੀ ਨਾ ਹੋਵੇ, ਤੇ ਗਰੀਬ ਜਿਹੜਾ ਹੈ ਉਹ ਭਜਨ ਬੰਦਗੀ ਕਰਦਾ ਹੋਵੇ। ਇਹ ਤਾਂ ਕਦੇ ਅੱਗੇ ਜਾ ਕੇ ਪਤਾ ਲੱਗੂ ਕਿ ਡੰਡੇ ਕਿਹਨਾਂ ਨੂੰ ਪੈਂਦੇ, ਅਮੀਰ ਨੂੰ ਪੈਂਦੇ ਨੇ ਕਿ ਗਰੀਬ ਨੂੰ ਪੈਂਦੇ ਨੇ। ਦੱਸਿਆ ਕਿ ਭਾਈ ਜੇ ਤੁਹਾਡੇ ਕੋਲ ਬਹੁਤ ਧਨ ਪਦਾਰਥ ਵੀ ਹੋਵੇ, ਖਾਣ ਪੀਣ ਦੀਆਂ ਬਹੁਤ ਚੀਜ਼ਾਂ ਹੋਣ, ਰੱਬ ਦੀ ਭਜਨ ਬੰਦਗੀ ਨਹੀਂ ਛੱਡਣੀ। ਆਮ ਲੋਕ ਕਹਿੰਦੇ ਨੇ ਮੈਂ ਤੇ ਅਮੀਰ ਹਾਂ, ਮੈਨੂੰ ਰੱਬ ਦੀ ਕੀ ਲੋੜ ਹੈ। ਜਿਵੇਂ ਇੱਕ ਮਾਂ ਨੇ ਆਪਣੇ ਬੱਚੇ ਨੂੰ ਕਿਹਾ, ਕਾਕਾ ਸਕੂਲ ਜਾਂਦਾ ਹੈ ਨਾ, ਚਰਚ 'ਚ ਮੱਥਾ ਟੇਕ ਕੇ ਜਾਏ। ਉਹ ਕਹਿੰਦਾ ਇਹਦਾ ਕੀ ਹੋਏਗਾ? ਕਹਿੰਦੇ ਵੀ ਨਹੀਂ, ਪਰਮਾਤਮਾ ਨੂੰ ਯਾਦ ਰੱਖਣਾ, ਜਿਹਦਾ ਨਾਮ ਜਪਣਾ। ਕਹਿੰਦੇ ਲੈ, ਪਰਮਾਤਮਾ ਦੀ ਲੋੜ ਤਾਂ ਮਾਤਾ ਜੀ ਗਰੀਬਾਂ ਨੂੰ ਹੁੰਦੀ ਹੈ, ਮੈਨੂੰ ਕੀ ਲੋੜ ਹੈ, ਮੇਰੇ ਕੋਲ ਸਭ ਕੁਛ ਹੈ। ਆਮ ਇਹ ਸੋਚਿਆ ਜਾਂਦਾ ਵੀ ਇਹ ਪਰਮਾਤਮਾ ਦੀ ਲੋੜ, ਭਜਨ ਬੰਦੇ ਦੀ ਲੋੜ ਤੇ ਗਰੀਬਾਂ ਨੂੰ, ਅਮੀਰਾਂ ਨੂੰ ਕਾਹਦੀ ਲੋੜ ਹੈ। ਸਗੋਂ ਅਮੀਰ ਨੇ ਤਾਂ ਸ਼ੁਕਰਾਨੇ ਵਜੋਂ ਭਜਨ ਬੰਦਗੀ ਕਰਨੀ। ਇੱਕ ਹੈ ਆਪਣੇ ਮਨ 'ਚ ਕੋਈ ਮੰਗ ਹੈ, ਉਹਦੇ ਲਈ ਭਜਨ ਬੰਦਗੀ ਕਰਦੇ ਹਨ, ਉਹਦੀ ਇੱਕ ਮੰਗ ਪੂਰੀ ਕਰਨ ਲਈ ਹੈ। ਇੱਕ ਹੈ ਦਾਤਾ ਦੇ ਦਿੱਤਾ ਬਹੁਤ ਹੈ, ਸ਼ੁਕਰਾਨੇ ਵਜੋਂ ਭਜਨ ਬੰਦਗੀ ਕਰਨੀ। ਕਿਸੇ ਮੰਗ ਲਈ ਭਜਨ ਬੰਦਗੀ ਕਰਨ ਵਾਲਾ ਕਦੇ ਵੀ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਇੱਥੇ ਸ਼ੁਕਰਾਨੇ ਵਾਲਾ ਮਿਲ ਸਕਦਾ ਹੈ, ਕਿਉਂਕਿ ਉਹ ਕੋਈ ਪਦਾਰਥ ਤੇ ਮੰਗ ਨਹੀਂ ਰਿਹਾ। ਉਹ ਕਹਿੰਦੇ ਮੇਰੇ ਕੋਲ ਸਭ ਕੁਛ ਹੈਗਾ, ਮੈਨੂੰ ਤੇ ਪਰਮਾਤਮਾ ਚਾਹੀਦਾ। ਤੇ ਗਰੀਬ ਵਿਚਾਰੇ ਨੂੰ ਜੇ ਪਦਾਰਥ ਚਾਹੀਦੇ ਹੁੰਦੇ ਨੇ। ਸੋ ਇਸ ਲਈ ਹੋ ਸਕਦਾ ਕਿ ਜਿਹੜਾ ਅਮੀਰ ਹੈ, ਜਿਹਦੇ ਕੋਲ ਬਹੁਤ ਆਟਾ ਹੈ, ਬਹੁਤ ਪਦਾਰਥ ਨੇ ਖਾਣ ਪੀਣ ਵਾਲੇ, ਹੋ ਸਕਦਾ ਭਜਨ ਬੰਦਗੀ ਨਾ ਕਰਦਾ ਹੋਵੇ, ਉਹਨੂੰ ਪੈਣਗੇ ਡੰਡੇ। ਦੂਜਾ ਜਿਹੜਾ ਗਰੀਬ ਹੈ ਉਹ ਸ਼ੁਕਰ 'ਚ ਰਹਿੰਦਾ, ਪਰਮਾਤਮਾ ਚਲੋ ਸੱਚੇ ਪਾਤਸ਼ਾਹ ਨਾਲ ਲੂਣ ਨਾਲ ਹੀ ਸਹੀ 2 ਰੋਟੀਆਂ ਤੇ ਮਿਲ ਰਹੀਆਂ। ਹੋ ਸਕਦਾ ਉਹ ਪਰਮਾਤਮਾ ਦਾ ਨਾਮ ਜਪਦਾ ਹੈ, ਕਹਿੰਦੇ ਤਾਂ ਅੱਗੇ ਜਾ ਕੇ ਪਤਾ ਲੱਗੂ ਕਿ ਜਮਦੂਤਾਂ ਦੇ ਡੰਡੇ ਕਿਹਨੂੰ ਪੈਂਦੇ ਨੇ। ਕਹਿਣ ਦਾ ਕੀ ਭਾਵ ਹੈ ਫਰੀਦ ਸਾਹਿਬ ਦਾ, ਕਿ ਭਾਈ ਜੇ ਤੁਹਾਡੇ ਕੋਲ ਪਦਾਰਥ ਬਹੁਤ ਨੇ, ਤੁਸੀਂ ਰੱਬ ਨੂੰ ਭੁੱਲ ਨਹੀਂ ਜਾਣਾ। ਇਹ ਮਨੁੱਖਾ ਜੀਵਨ ਤੇ ਪਰਮਾਤਮਾ ਦੀ ਭਜਨ ਬੰਦਗੀ ਲਈ ਮਿਲੇ, ਸਗੋਂ ਦੇ ਸ਼ੁਕਰਾਨੇ 'ਚ ਆ ਕੇ ਭਜਨ ਬੰਦਗੀ ਕਰਨੀ ਚਾਹੀਦੀ ਹੈ। ਜਿਵੇਂ ਖਾਣ ਨੂੰ ਵਧੀਆ ਮਿਲਿਆ, ਸ਼ੁਕਰਾਨਾ ਕਰੋ ਦਾਤਾ ਸੱਚੇ ਪਾਤਸ਼ਾਹ ਤੇਰੀ ਕਿੰਨੀ ਕਿਰਪਾ ਹੈ। ਹਿੰਦੁਸਤਾਨ ਦੇ 18 ਕਰੋੜ ਲੋਕ ਨੇ ਜਿਨ੍ਹਾਂ ਨੂੰ 2 ਟਾਈਮ ਖਾਣ ਨੂੰ ਰੋਟੀ ਨਹੀਂ ਮਿਲਦੀ, ਤੂੰ ਤੇ ਮੈਨੂੰ 3 ਵਾਰੀ ਖਾਣ ਨੂੰ ਦਿੰਦਾ। ਕੱਪੜੇ ਪਾਏ ਨੇ ਨਵੇਂ, ਉਹਦਾ ਸ਼ੁਕਰ ਹੈ ਸੱਚੇ ਪਾਤਸ਼ਾਹ ਤੇਰੀ ਕਿੰਨੀ ਕਿਰਪਾ ਹੈ। ਕਿੰਨੀ ਦੁਨੀਆ ਜਿਨ੍ਹਾਂ ਦੇ ਤਨ ਤੇ ਸਾਬਤ ਕੱਪੜੇ ਨਹੀਂ, ਲੀਰਾਂ ਪਾ ਕੇ ਗੁਜ਼ਾਰਾ ਕਰ ਰਹੇ ਹੈ, ਤੂੰ ਮੈਨੂੰ ਇੰਨੇ ਸੋਹਣੇ ਕੱਪੜੇ ਦਿੱਤੇ, ਵਧੀਆ ਘਰ ਮਿਲਿਆ ਹੋਇਆ ਦਾਤੇ ਦਾ ਕਿੰਨਾ ਸ਼ੁਕਰ ਹੈ ਸੱਚੇ ਪਾਤਸ਼ਾਹ ਤੇਰਾ। ਕਿੰਨੇ ਲੋਕ ਨੇ ਜਿਨ੍ਹਾਂ ਕੋਲ ਘਰ ਦੀ ਗੱਲ ਤਾਂ ਛੱਡੋ, ਝੋਪੜੀ ਵੀ ਨਹੀਂ ਹੈਗੀ, ਝੋਪੜੀ ਵੀ ਨਹੀਂ ਹੈਗੀ। ਜਦੋਂ ਸਾਨੂੰ ਸ਼ੁਕਰਾਨੇ 'ਚ ਆ ਕੇ ਜ਼ਿੰਦਗੀ ਜਿਉਣ ਦੀ ਜਾਚ ਆ ਜਾਏ, ਆਨੰਦ ਹੀ ਆਨੰਦ ਹੈ। ਫਿਰ ਥੋੜੇ ਜਿਹੇ ਨਾਲ ਹੀ ਗੁਜ਼ਾਰਾ ਹੋ ਜਾਣਾ। ਮੈਂ ਦੇਖਿਆ ਬੰਦੇ ਨੂੰ ਸਮਝ ਆ ਜਾਏ ਨਾ, ਫਿਰ ਥੋੜੇ ਨਾਲ ਹੀ ਗੁਜ਼ਾਰਾ ਹੋ ਜਾਂਦਾ। ਜੇ ਅੰਦਰ ਸ਼ੁਕਰ ਨਹੀਂ ਹੈ ਤਾਂ ਫਿਰ ਬਹੁਤੇ ਨਾਲ ਵੀ ਨਹੀਂ ਗੱਲ ਬਣਨੀ, ਫਿਰ ਬਹੁਤੇ ਨਾਲ ਵੀ ਗੱਲ ਨਹੀਂ ਬਣਨੀ, ਨਹੀਂ ਤਾਂ ਥੋੜੇ ਨਾਲ ਹੀ ਸਰ ਜਾਂਦਾ। ਜੇ ਵੈਸ਼ਨੂੰ ਬੰਦੇ ਦਾ ਥੋੜੇ ਜਿਹੇ ਪੈਸੇ ਨਾਲ ਹੀ ਸਰ ਜਾਂਦਾ, ਉਹਦਾ ਬਹੁਤਾ ਖਰਚਾ ਨਹੀਂ ਹੁੰਦਾ। ਰੋਟੀ ਪਾਣੀ ਦੇ ਕਿੰਨਾ ਖਰਚਾ ਹੁੰਦਾ, ਪਰ ਜਿਹੜਾ ਪੀਣ ਪੂਣ ਵਾਲੇ ਨੇ ਹੋਰ ਤਰ੍ਹਾਂ ਦੇ, ਇਹ ਭਾਵੇਂ ਜਿਹੜਾ ਮਰਜ਼ੀ ਉਜਾੜ ਦੇਣ। ਸੋ ਇਸ ਲਈ ਫਰੀਦ ਸਾਹਿਬ ਨੇ ਸਮਝਾਇਆ ਵੀ ਭਾਵੇਂ ਆਟਾ ਬਹੁਤ ਹੈ ਕੋਲ, ਇਹ ਨਾ ਸੋਚੋ ਵੀ ਸਾਨੂੰ ਕੋਈ ਪਰਵਾਹ ਨਹੀਂ ਹੈ। ਤੁਸੀਂ ਨਾਮ ਨਹੀਂ ਜਪਦੇ, ਹੋ ਸਕਦਾ ਤੁਹਾਨੂੰ ਅੱਗੇ ਜਾ ਕੇ ਕੁੱਟ ਪਵੇ,
ਤੇ ਜਿਹਨੂੰ ਤੁਸੀਂ ਗਰੀਬ ਸਮਝੇ ਹੋ ਉਸ ਦਾ ਪਰਮਾਤਮਾ ਦਾ ਨਾਮ ਜਪਦਾ ਹੋਵੇ। ਕਹਿੰਦੇ ਤਾਂ ਅੱਗੇ ਜਾ ਕੇ ਪਤਾ ਲੱਗੋ ਕਿ ਜਮਦੂਤਾਂ ਦੀ ਚੋਟਾਂ ਕੌਣ ਖਾਂਦਾ ਹੈ। ਅੱਗੇ ਕਹਿੰਦੇ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ ਜਾਏ ਸੁਤੇ ਜੀਰਾਨ ਮਹਿ ਥੀਏ ਅਤੀਮਾ ਗੜ। ਦਮਾਮੇ ਅੱਜ ਢੋਲ ਨਗਾਰੇ ਹੁੰਦੇ ਨੇ, ਇਹਨਾਂ ਦਮਾਮਾ ਕਹਿੰਦੇ। ਗਗਨ ਦਮਾਮਾ ਬਾਜੋ। ਦਮਾਮਾ ਜਿਹੜਾ ਢੋਲ ਹੁੰਦਾ ਹੈ, ਨਗਾਰਾ ਹੁੰਦਾ ਹੈ। ਗੁਰਦੁਆਰੇ ਨਗਾਰੇ ਰੱਖੇ ਹੁੰਦੇ ਨੇ, ਕਈ ਵਾਰ ਅਰਦਾਸ ਵੇਲੇ ਵਜਾਉਂਦੇ ਨੇ। ਪਾਸ ਦਮਾਮੇ ਜਿਨ੍ਹਾਂ ਦੇ ਕੋਲ ਢੋਲ ਵੱਜਦੇ ਸਨ। ਜੇ ਕੋਈ ਜਿੱਤ ਜੇ ਨਾ ਫਿਰ ਢੋਲ ਵਜਾਉਂਦੇ ਆਉਂਦੇ ਨੇ, ਬੱਲੇ ਬੱਲੇ, ਹਾਂ ਵੀ ਮੈਂ ਜਿੱਤ ਗਿਆ, ਮੈਂ ਜਿੱਤ ਗਿਆ, ਢੋਲ ਵੱਜਦੇ ਹੁਣ। ਛੱਤ ਸਿਰ, ਛੱਤ ਮੈਨੇ ਛਤਰ, ਸਿਰ ਤੇ ਛਤਰ ਹੋਵੇ। ਰਾਜੇ ਦੀ ਨਿਸ਼ਾਨੀ ਹੁੰਦੀ ਸਿਰ। ਰਾਜਾ ਤੁਰਿਆ ਜਾ ਰਿਹਾ, ਨਾਲ ਨੌਕਰ ਚਾਕਰ ਛਤਰ ਲਿਆ ਸਿਰ ਤੇ, ਸਿਰ ਤੇ ਛਤਰ ਰੱਖਿਆ। ਛਤਰ ਸਿਰ ਕਹਿੰਦੇ ਕੋਲ ਢੋਲ ਵੱਜ ਰਹੇ ਨੇ, ਸਿਰ ਤੇ ਛਤਰ। ਭੇਰੀ ਸ਼ਹਿਨਾਈਆਂ ਨੂੰ ਕਹਿੰਦੇ ਨੇ, ਤੂਤੀਆਂ। ਤੂਤੀਆਂ ਵੀ ਕਹਿੰਦੇ ਨੇ, ਸ਼ਹਿਨਾਈਆਂ ਵੀ ਕਹਿੰਦੇ ਨੇ। ਭੇਰੀ ਛੱਡੋ ਰੱਡ, ਰੱਡ ਇੱਕ ਛੰਦ ਦਾ ਨਾਮ ਹੈ, ਗੁਰਬਾਣੀ 'ਚ ਅੱਗੇ ਆਉਣਾ ਆਏਗਾ। ਰੱਡ ਭਾਵ ਵਡਿਆਈ ਦੇ ਗੀਤ। ਕਿਉਂਕਿ ਜਿਹੜੇ ਗਾਉਣ ਵਾਲੇ ਨੇ ਉਹ ਜਿਹੜਾ ਵੇਲੇ ਦਾ ਰਾਜਾ, ਫਿਰ ਉਹਦੀ ਵਡਿਆਈ ਕਰਦੇ ਨੇ। ਕਹਿੰਦੇ ਢੋਲ ਵੱਜ ਰਹੇ ਹੋਣ, ਸਿਰ ਤੇ ਛਤਰ ਹੋਣ, ਸ਼ਹਿਨਾਈਆਂ ਵੱਜ ਰਹੀਆਂ ਹੋਣ, ਵਡਿਆਈ ਦੇ ਗੀਤ ਗਾਏ ਜਾ ਰਹੇ ਹੋਣ। ਜਾਏ ਸੁੱਤੇ ਜੀਰਾਨ ਮਹਿ, ਜੀਰਾਨ ਕਬਰਾਂ ਨੂੰ ਕਹਿੰਦੇ। ਅਤੀਮਾ ਆਪਾਂ ਕਹਿੰਦੇ ਯਤੀਮ, ਪੰਜਾਬੀ ਕਹਿੰਦੇ ਯਤੀਮ, ਕਹਿੰਦੇ ਜਿਹਦੇ ਮਾਂ ਪਿਓ ਮਰ ਜਾਣ, ਜਿਹਦਾ ਕੋਈ ਨਾ ਰਹੇ, ਉਹਨੂੰ ਕਹਿੰਦੇ ਯਤੀਮ। ਫਾਰਸੀ 'ਚ ਕਹਿੰਦੇ ਨੇ ਅਤੀਮਾ। ਅਤੀਮ ਇੱਕ ਵਚਨ ਹੈ, ਅਤੀਮਾ ਬਹੁਵਚਨ ਹੈ। ਜੇ ਅਤੀਮ ਸ਼ਬਦ ਆਏਗਾ ਤਾਂ ਇੱਕ ਯਤੀਮ ਤੋਂ ਭਾਵ ਹੈ। ਅਤੀਮਾ ਬਹੁਵਚਨ ਹੈ, ਵੀ ਕਈ ਯਤੀਮਾਂ ਦੀ ਤਰ੍ਹਾਂ। ਗੱਡ ਬਣੇ ਧਰਤੀ ਗੱਡੇ ਜਾਣ। ਜਿਹੜੇ ਰਾਜੇ ਮਹਾਰਾਜੇ ਸਨ, ਦਮਾਮੇ ਵੱਜਦੇ ਸਨ, ਸਿਰ ਤੇ ਛਤਰ ਸਨ, ਸ਼ਹਿਨਾਈਆਂ ਵੱਜਦੀਆਂ ਸਨ, ਵਡਿਆਈ ਦੇ ਗੀਤ ਗਾਏ ਜਾ ਰਹੇ ਸਨ, ਉਹ ਵੀ ਕਹਿੰਦੇ ਜਾ ਕੇ ਕਬਰਾਂ ਦੇ ਵਿੱਚ ਸੌਂ ਗਏ। ਭਾਵ ਉਹਨਾਂ ਨੂੰ ਕਬਰਾਂ 'ਚ ਦੱਬ ਦਿੱਤਾ ਗਿਆ। ਥੀਏ ਅਤੀਮਾ ਗੜ, ਅਤੇ ਜਿਵੇਂ ਯਤੀਮ ਹੁੰਦੇ ਨੇ ਇਸ ਤਰ੍ਹਾਂ ਉਹਨਾਂ ਧਰਤੀ ਦੱਬ ਦਿੱਤਾ ਗਿਆ। ਭਾਵ ਕੋਈ ਨਾ ਰਿਹਾ, ਨਾ ਕਿਸੇ ਦਮਾਮੇ ਨੇ ਉਹਨਾਂ ਦੀ ਸਹਾਇਤਾ ਕੀਤੀ, ਤੇ ਨਾ ਛਤਰ ਨੇ ਕੀਤੀ, ਤੇ ਨਾ ਭੇਰੀਆਂ ਨੇ ਕੀਤੀ, ਨਾ ਸ਼ਹਿਨਾਈਆਂ ਨੇ ਕੀਤੀ। ਉਹ ਵੀ ਕਹਿੰਦੇ ਯਤੀਮਾਂ ਦੀ ਤਰ੍ਹਾਂ ਧਰਤੀ ਵਿੱਚ ਗੜ ਦਿੱਤੇ, ਭਾਵ ਦੱਬ ਦਿੱਤੇ ਗਏ। ਕਿਉਂਕਿ ਫਰੀਦ ਸਾਹਿਬ ਮੁਸਲਮਾਨ ਸਨ, ਤੇ ਜਿਸ ਕੌਮ ਧਰਮ ਨਾਲ ਅਸੀਂ ਸੰਬੰਧ ਰੱਖਦੇ, ਸਾਡੀ ਸ਼ਬਦਾਵਲੀ ਵੀ ਉਹੋ ਜਿਹੀ ਹੁੰਦੀ। ਕੋਈ ਹਿੰਦੂ ਲਿਖ ਰਿਹਾ ਹੁੰਦਾ ਤੇ ਉਹ ਕਹਿੰਦਾ ਵੀ ਜਿਹੜਾ ਮੜੀਆਂ ਸ਼ਬਦ ਵਰਤਦਾ, ਮਸਾਨ ਵਰਤਦਾ, ਉਹਨਾਂ ਨੇ ਜਿਹੜਾ ਹੈ ਕਿ ਕਬਰਾਂ ਵਰਤਿਆ ਸ਼ਬਦ। ਸੋ ਕਹਿਣ ਦਾ ਕੀ ਭਾਵ ਹੈ ਕਿ ਕਈ ਵਾਰੀ ਮਨੁੱਖ ਕਹਿੰਦਾ ਮੇਰੇ ਕੋਲ ਰਾਜ ਭਾਗ ਹੈ, ਉਹ ਹਉਮੈ 'ਚ ਆ ਜਾਂਦਾ ਹੈ। ਕੁਦਰਤੀ ਗੱਲ, ਰਾਜ ਹਮੇਸ਼ਾ ਮਨੁੱਖ 'ਚ ਹਉਮੈ ਪੈਦਾ ਕਰਦਾ। ਤਾਂ ਹੀ ਕਹਿੰਦੇ ਤਪੋ ਰਾਜ, ਪਿਛਲੇ ਜਨਮ ਤਪੱਸਿਆ ਕੀਤੀ, ਉਹਦਾ ਫਲ ਪਰਮਾਤਮਾ ਨੇ ਰਾਜਾ ਬਣਾਤਾ। ਰਾਜੋ ਨਰਕ, ਕਿਉਂ ਜੇ ਰਾਜਾ ਬਣਦਾ ਹੈ ਫਿਰ ਲੋਕਾਂ ਤੇ ਅਨਿਆਂ ਕਰਦਾ ਹੈ, ਅਨਿਆਂ ਕਰਦਾ ਹੈ ਫਿਰ ਨਰਕਾਂ ਨੂੰ ਜਾਂਦਾ। ਇਹ ਕੁਦਰਤੀ ਗੱਲ ਹੈ। ਜਦੋਂ ਹੱਥ 'ਚ ਰਾਜ ਭਾਗ ਆਉਂਦਾ ਨਾ, ਕੋਈ ਵਿਰਲਾ ਢਾਵਾਂ ਹੈ ਜਿਹੜਾ ਅਨਿਆਂ ਨਾ ਕਰੇ। ਆਪਣੀ ਹੀ ਪ੍ਰਜਾ ਤੇ ਅਨਿਆਂ ਕੀਤਾ ਜਾ, ਆਪਣੀ ਪ੍ਰਜਾ ਤੇ ਜ਼ੁਲਮ ਕੀਤਾ ਜਾ ਰਿਹਾ। ਬਾਬਰ ਨਾਲ ਗੁਰੂ ਨਾਨਕ ਦੇਵ ਜੀ ਇਸ ਲਈ ਨਾਰਾਜ਼, ਇਸ ਲਈ ਨਹੀਂ ਕਿ ਤੂੰ ਭਾਰਤ 'ਤੇ ਹਮਲਾ ਕੀਤਾ, ਇਸ ਲਈ ਨਹੀਂ। ਰਾਜੇ ਹਮੇਸ਼ਾ ਬਿਰਤੀ ਹੈ ਵੀ ਮੇਰਾ ਰਾਜ ਵੱਡਾ ਹੋਵੇ, ਦੂਜੇ ਤੋਂ ਖੋਲੋ। ਗੁਰੂ ਮਹਾਰਾਜ ਇਸ ਲਈ ਬਾਬਰ ਨਾਲ ਨਾਰਾਜ਼ ਸਨ ਕਿ ਜਦੋਂ ਤੂੰ ਐਮਨਾਬਾਦ ਨੂੰ ਜਿੱਤ ਲਿਆ, ਠੀਕ ਹੈ, ਇਹ ਲੋਕ ਤੇਰੀ ਪ੍ਰਜਾ ਹੋ ਗਏ। ਜੋ ਤੂੰ ਜਿੱਤ ਗਏ ਤੇ ਇੱਥੋਂ ਦੇ ਲੋਕ ਤੇਰੀ ਪ੍ਰਜਾ ਹੋ ਗਏ।
जब तेरी प्रजा हो गई तू इन्हों मरवाया, तू अपनी प्रजा ते जुल्म किया, धीआं भैणां दी बेपत्ती तेरे फौजियों ने की, उन्होंने लुटिया, उन्होंने मारिया, उन्होंने घर साड़े, बुरा हाल किया, तू कदर आ जाए। ठीक है, जिन्ना चिर तू नहीं जितया, फौजा लड़ रही ने, तू जित गया है, हुण तू राजा है, ये तेरी प्रजा हो गई है, तू अपनी प्रजा ते जुल्म कर, तू कदर आ जाए, तू कदर आ जाए। अज प्रजा हक मंगती है, राजे पुलिस वाले उन्होंने कटवाते हैं, फड़ फड़ के जेलों च डकते हैं, अंदर हौमे भी मैं जो मर्जी करा, खबरदार जे तुसीं मेरे तो कुछ मंगया, खबरदार जे तुसीं मेरी कोई नुकताचीज नहीं की। किन्ने विद्वान लोग 80-80 साल बेचारे की उम्र हो गई, एडे बड़े बड़े विद्वान हैं, इन्होंने लोगों ने फड़ के जेल च डके हुए भी हाँ हाँ तुसीं साडी नुकताचीनी क्यों करते हो। ये नहीं पता भी जो फिर तुसीं मरोगे फिर तुहाडा उत्थे की हाल जमदूत करनगे, ये ज्ञान नहीं है। ये ज्ञान समझाते हैं कि जिन्हां दे सिर ते छतर सन, ढोल नगारे वजदे सन, शहनाइयां वजदियां सन, जिन्हां दी वडियाई च गीत गाए जाते सन, वो भी अखीर नूं यतीमां की तरह धरती च कढ़ दिते गए, वो भी कबरां च दब दिते गए। इसलिए जे बहुत कुछ परमात्मा ने दिता है तो वह हंकार नहीं करना। हंकार च हमेशा ही जुल्म हुंदा है। हंकारिया बंदा हमेशा ही दूजियां ते जुल्म करेगा, अन्याय करेगा, ये कुदरती है। कोई भी पावर मनुख दे कोल आ जाए, मनुख उसकी गलत वरतों करता है। अगे फरीद साहब कहते फरीदा कोठे मंडप माड़ियां, उसारेंदे पी गए, कूड़ा सौदा कर गए, गोरी रारण बिहारी बिंदी। गोरी पढ़ोगे तो गोरी काली हो जाएगा, भी गोरी औरत है, काली औरत है। गोर कबर नूं कहंदे ने, मुसलमान कबर नूं की कहंदे ने? गोर। गोरी आए पे कबरां विच आ पे। फरीदा कोठे आ कच्चे कोठे महल माड़ी। फरीदा कोठे मंडप माड़ियां, वड्डियां वड्डियां कोठियां महल माड़ियां। माड़े ने उच्चे उच्चे घर हुंदे ने, कोठे ने महल माड़ियां ने, उसार इंदे पी गए। जिहड़े इन्हां नूं बनवाउंदे रहे, उसारदे रहे, वो भी संसार तो चले गए। जिन्हां ने कोठियां बनाईयां, महल माड़ियां बनवाईयां, वो भी संसार तो चले गए। कूड़ा सौदा कर गए। सच्चा सौदा नहीं कीता। सच्चा सौदा तो नाम का सौदा, कूड़ा सौदा संसारक सौदा। संसारक धन पदार्थ ही इकट्ठा करते रहे है, कूड़ा सौदा। बड़े कोठे कोठियां सन, बड़े महल सन, बड़ियां माड़ियां सन। जे उसारते रहे सारी जिंदगी, इत्थे कोठी बना लो, अगले शहर च बना लो, इस देश च बना लो, अगले देश च बना लो। बड़े लीडर ने जिन्हों ने कई कई कोठियां अड्ड अड्ड शहरों च ने, बाहरले देशों च भी है। कहते उसारते ही रह गए ते फिर मर गए। कूड़ा सौदा कर गए। आए सन नाम जपन, नाम जपे नहीं, महल माड़ियां ही बनाते रह गए। कूड़ा सौदा कर गए, गोरी आए पे ते अखीर नूं कबरां विच आ गए। अखीर नूं कबरां दे विच इन्हां नूं दब दिता। सारी बाणी जे ध्यान नाल पढ़ो, कबीर साहब दी, फरीद साहब दे यही समझाया कि भाई जो चीज़ तुहाडे कोले ते नाल कख नहीं जाना। अजिहा ना हो कि सारी उम्र तुसीं धन पदार्थ ही इकट्ठे करते रहो, बिल्डिंगां ही बनाते रहो, ਵੱਧ ਤੋਂ ਵੱਧ ਜਾਇਦਾਦਾਂ ਬਣਾਉਂਦੇ ਰਹੋ, जिस काम आए वो करिए ना। गुरबाणी जा को आए सोई बिहाजो। बिहाजो ਦੇ ਦੋ ਅਰਥ ਹੁੰਦੇ, ਬਿਹਾਜੇ ਹੁੰਦਾ ਖਰੀਦਣਾ, ਦੂਜਿਆਂ ਦਾ ਇਕੱਠਾ ਕਰਨਾ। ਜਿਸ ਕੰਮ ਨੂੰ ਆਇਆ ਕਦੇ ਉਹੀ ਕਰੋ। ਆਏ ਨਾਮ ਜਪਣ, ਨਾਮ ਤੁਹਾਨੂੰ ਇਕੱਠਾ ਕਰੋ, ਨਾਮ ਤੁਹਾਨੂੰ ਖਰੀਦੋ। ਪਰ ਮਨੁੱਖ ਨੂੰ ਗਿਆਨ ਨਹੀਂ ਹੈਗਾ, ਇਸ ਕਰਕੇ ਨਾਮ ਤੁਹਾਨੂੰ ਤਾਂ ਉਂਝ ਹੀ ਗਿਣਦਾ ਵੀ ਇਹ ਵੀ ਕੋਈ ਚੀਜ਼ ਹੈ। ਜਿਹੜਾ ਸੰਸਾਰਕ ਧਨ ਹੈ, ਇਸ ਨੂੰ ਹੀ ਸਾਰੀ ਮਹਾਨਤਾ ਦਿੱਤੀ ਜਾਂਦੀ ਹੈ।
ਪਰ ਉਹਨੂੰ ਇਹ ਗਿਆਨ ਨਹੀਂ ਹੈ ਕਿ ਜਿਹਦੇ ਕੋਲੇ ਸੰਸਾਰਕ ਧਨ ਹੁੰਦਾ ਉਹਦੇ ਕੋਲੇ ਨਾਮ ਧਨ ਨਹੀਂ ਹੁੰਦਾ, ਪਰ ਜਿਹਦੇ ਕੋਲੇ ਨਾਮ ਧਨ ਹੁੰਦਾ ਉਹਦੇ ਕੋਲ ਸੰਸਾਰਕ ਧਨ ਆਪਣੇ ਆਪ ਹੀ ਹੁੰਦਾ ਹੈ। ਜਿਹਦੇ ਕੋਲ ਨਾਮ ਧਨ ਹੈ ਉਹ ਗਰੀਬ ਨਹੀਂ ਹੁੰਦਾ। ਜੇ ਨਾਮ ਨਾਲ ਵੀ ਬੰਦਾ ਗਰੀਬ ਰਹਿ ਗਿਆ ਫਿਰ ਨਾਮ ਕੌਣ ਜਪੇਗਾ? ਸੰਸਾਰਕ ਧਨ ਦੀ ਇੱਕੋ ਖੂਬੀ ਹੈ, ਜਿਹਦੇ ਕੋਲ ਸੰਸਾਰਕ ਧਨ ਹੈ ਉਹਦੇ ਕੋਲ ਨਾਮ ਧਨ ਨਹੀਂ ਹੁੰਦਾ, ਪਰ ਜਿਹਦੇ ਕੋਲ ਨਾਮ ਧਨ ਹੈ ਨਾ ਉਹਦੇ ਕੋਲ ਸੰਸਾਰਕ ਧਨ ਵੀ ਹੁੰਦਾ। ਆ ਸੰਤ ਮਹਾਤਮਾ ਗੁਰੂ ਪੀਰ ਜਿੰਨੇ ਬਣੇ ਹੋਏ ਨੇ, ਕਿਸੇ ਕੋਲੇ ਮਾਇਆ ਦੀ ਕੋਈ ਕਮੀ ਨਹੀਂ ਹੈ, ਮਾਇਆ ਦੀ ਕੋਈ ਕਮੀ ਨਹੀਂ। ਕਿਉਂ? ਕੋਲ ਨਾਮ ਧਨ ਹੈ। ਨਾਮ ਵਿੱਚ ਤਾਕਤ ਹੀ ਇੰਨੀ ਕਿ ਉਹਨੇ ਤੁਹਾਨੂੰ ਗਰੀਬ ਹੀ ਨਹੀਂ ਰਹਿਣ ਦੇਣਾ। ਇਹ ਤਾਂ ਲੋਕ ਨਾਮ ਜਪਦੇ ਨਹੀਂ, ਧੱਕੇ ਤੁਹਾਡੇ ਜਿਹੇ ਖਾਈ ਜਾਂਦੇ ਨੇ। ਬਾਣੀ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਕਿ ਭਾਈ ਨਾਮ ਨਾਲ 9 ਨਿਧੀਆਂ 18 ਸਿੱਧੀਆਂ ਪ੍ਰਾਪਤ ਹੋਈਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਸਦਾ ਵਸਾ ਕੇ ਰੱਖਦਾ, 9 ਨਿਧੀਆਂ 18 ਸਿੱਧੀਆਂ ਉਹਦੇ ਮਗਰ ਮਗਰ ਫਿਰਦੀਆਂ ਰਹਿੰਦੀਆਂ ਨਾ। ਜਿਹੜੀ ਚੀਜ਼ ਇਕੱਠੀ ਕਰਨੀ ਹੈ ਉਹ ਨਹੀਂ ਮਨੁੱਖ ਕਰਦਾ, ਉਹ ਚੀਜ਼ ਇਕੱਠੀ ਕਰਦੀ ਜਿਹਨੂੰ ਇੱਥੇ ਛੱਡ ਕੇ ਤੁਰ ਜਾਣਾ। ਜਿਸ ਚੀਜ਼ ਨੂੰ ਇੱਥੇ ਹੀ ਛੱਡ ਕੇ ਤੁਰ ਜਾਣਾ ਉਹਨੂੰ ਇਕੱਠੀ ਕਰਦੇ ਸਾਰਾ ਸਮਾਂ ਆਉਂਦਾ। ਨਾਮ ਧਨ ਨੇ ਤਾਂ ਨਾਲ ਜਾਣਾ ਹੈ, ਸੰਸਾਰਕ ਧਨ ਨਹੀਂ ਇੱਥੇ ਹੀ ਰਹਿ ਜਾਣਾ। ਆਪ ਜੀ ਸਭ ਨੂੰ ਗਿਆਨ ਇਸ ਗੱਲ ਦਾ, ਕੋਈ ਚੀਜ਼ ਨਾਲ ਨਹੀਂ ਜਾਂਦੀ, ਪਰ ਨਾਮ ਧਨ ਨਾਲ ਜਾਂਦਾ। ਸੰਸਾਰਕ ਧਨ ਵਾਲੇ ਜਮਦੂਤ ਕੁੱਟਦੇ ਨੇ, ਨਾਮ ਧਨ ਵਾਲੇ ਖੜੇ ਹੁੰਦੇ ਨੇ ਅੱਗੇ ਵੀ ਨਾਮ ਵਾਲਾ ਆ ਰਿਹਾ ਬੰਦਾ ਵੇ। ਜਮਦੂਤ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਭਗ ਜਾਈ। ਪਰਮਾਤਮਾ ਦੇ ਨਾਮ ਦੇ ਇੰਨਾ ਤਪ ਤੇਜ ਹੁੰਦਾ ਹੈ ਕਿ ਉਹ ਜਮਦੂਤ ਉਂਝੀ ਭੱਜ ਜਾਂਦੇ ਉੱਥੋਂ। ਕੋਈ ਬ੍ਰਹਮ ਗਿਆਨੀ ਧਰਮਰਾਜ ਨੂੰ ਮਿਲਣ ਜਾਏ, ਧਰਮਰਾਜ ਆਪਣੀ ਕੁਰਸੀ ਤੋਂ ਖੜਾ ਹੋ ਜਾਂਦਾ ਵੀ ਆਓ ਜੀ, ਆਓ ਜੀ, ਜੀ ਆਇਆਂ ਨੂੰ, ਕਿਵੇਂ ਆਏ ਜੀ, ਕਿਵੇਂ ਚਰਨ ਪਾਣ ਤੇ ਮੇਰੇ ਘਰ ਚ। ਇਸ ਲਈ ਬਾਣੀ ਇਹ ਨਹੀਂ ਕਹਿੰਦੀ ਕਿ ਤੁਸੀਂ ਮਾਇਆ ਨਾ ਕਮਾਓ, ਸਗੋਂ ਗੁਰੂ ਨਾਨਕ ਜੀ ਦਾ ਹਰ ਇੱਕ ਸਿੱਖ ਨੂੰ ਕਹੇ ਕਿਰਤ ਕਰੋ। ਕਾਹਦੇ ਲਈ ਕਿਰਤ ਕਰਨੀ? ਵੀ ਪੈਸਾ ਕੋਲ ਹੋਵੇ। ਮੰਨ ਲਓ ਮੈਂ ਕਿਰਤ ਹੀ ਕੋਈ ਨਹੀਂ ਕਰਦਾ ਤੇ ਰੋਟੀ ਕਿੱਥੋਂ ਖਾਵਾਂਗਾ? ਰੋਟੀ ਕਿੱਥੋਂ ਖਾਵਾਂਗਾ? ਕੋਈ ਕੰਮ ਕਰਾਂਗਾ ਤੇ ਖਾਵਾਂਗਾ। ਇਸ ਲਈ ਗੁਰੂ ਮਹਾਰਾਜ ਜੀ ਹਰ ਸਿੱਖ ਨੂੰ ਕਹੇ ਕਿਰਤ ਕਰੋ। ਬੜੀ ਜ਼ਬਰਦਸਤ ਸੋਚ ਹੈ ਵੀ ਜੇ ਸਿੱਖ ਕਿਰਤ ਕਰੇਗਾ ਇਹਦੇ ਕੋਲ ਮਾਇਆ ਹੋਏਗੀ, ਮਾਇਆ ਨਾਲ ਆਪਣੇ ਪਰਿਵਾਰ ਦਾ ਵਧੀਆ ਗੁਜ਼ਾਰਾ ਕਰੇਗਾ, ਘਰ ਪਾਏਗਾ, ਕੱਪੜੇ ਖਰੀਦੇਗਾ, ਜੁੱਤੀਆਂ ਖਰੀਦੇਗਾ, ਹੋਰ ਘਰ ਦੀਆਂ ਚੀਜ਼ਾਂ ਖਰੀਦੇਗਾ। ਆ ਜਿਹੜੇ ਸੁੱਖ ਸਹੂਲਤਾਂ ਤੁਸੀਂ ਐਸੇ ਆਨੰਦ ਮਾਣ ਰਹੇ, ਕਾਰਾਂ, ਕੋਠੀਆਂ, ਜਿਹੜਾ ਏਸੀ ਕੀ, ਹਵਾਈ ਜਹਾਜ਼ ਦੇ ਸਫ਼ਰ ਕੀ, ਸਭ ਮਾਇਆ ਨਾਲ ਹੀ ਨੇ। ਜੇ ਮਾਏ ਕੋਲ ਨਾ ਹੋਵੇ ਤਾਂ ਕੌਣ? ਅਗਲਾ ਹਵਾਈ ਜਹਾਜ਼ ਨੂੰ ਆਕਾਸ਼ ਉੜਦੇ ਵੇਖ ਲੈਂਦਾ, ਵਿਚਾਰਾ ਗਰੀਬ ਤਾਂ ਅੱਡੇ ਤੇ ਵੀ ਨਹੀਂ ਜਾਂਦਾ, ਹਵਾਈ ਅੱਡੇ ਤੇ ਵੀ ਜਾ ਕੇ ਨੇੜੇ ਜਾ ਕੇ ਜਹਾਜ਼ ਵੇਖ ਲਾ ਵੀ ਕਿੱਡਾ ਕੁ ਹੁੰਦਾ, ਕਿੱਡਾ ਕੁ ਹੁੰਦਾ। ਤੁਹਾਡੇ ਦੇਖੋ ਕਿੰਨੇ ਕੁ ਬੰਦੇ ਨੇ ਜਿਹੜੇ ਹਵਾਈ ਅੱਡੇ, ਹਾਂ ਹੁਣ ਤਾਂ ਠੀਕ ਹੈ ਜਵਾਕ ਬਾਹਰ ਨੂੰ ਜਾਂਦੇ ਨੇ, ਇਹ ਵਿਚਾਰੇ ਸੈਰ ਸੂਰ ਕਰਾਉਂਦੇ ਆਪਣੇ ਮਾਂ ਪਿਓ ਨੂੰ ਵੀ ਚਲੋ ਤੁਸੀਂ ਵੀ ਇੱਕ ਅੱਧੀ ਵਾਰੀ ਸੀ ਚੜ੍ਹ ਕੇ ਵੇਖ ਲਓ, ਨਹੀਂ ਤੇ ਕਿਤੇ ਨਸੀਬ ਹੁੰਦਾ। ਸੋ ਗੁਰੂ ਮਹਾਰਾਜ ਨੇ ਕਿਹਾ ਵੀ ਕਿਰਤ ਕਰੋ, ਤੁਹਾਡੇ ਕੋਲ ਪੈਸਾ ਹੋਏਗਾ, ਮਾਇਆ ਨਾਲ ਸਰੀਰਕ ਸੁੱਖ ਮਿਲਦੇ, ਦੂਜੇ ਕੇ ਨਾਮ ਜਪੋ, ਉਹਦੇ ਮਾਨਸਿਕ ਸੁੱਖ ਮਿਲੇਗਾ। ਅਸਲ ਪੂਰੀ ਤਰ੍ਹਾਂ ਬੰਦਾ ਉਹੀ ਸੁਖੀ ਹੁੰਦਾ ਜਿਹੜਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਸੁਖੀ ਹੋਵੇ, ਉਹਨੂੰ ਪੂਰਨ ਸੁਖੀ ਗਿਣਿਆ ਜਾਂਦਾ। ਸਰੀਰਕ ਸੁੱਖ ਮਾਇਆ ਨਾਲ ਮਿਲਦੇ ਨੇ, ਮਾਨਸਿਕ ਸੁੱਖ ਨਾਮ ਜਪ ਕੇ ਮਿਲਦੇ ਨੇ। ਇਸ ਲਈ ਸਿੱਖ ਨੂੰ ਦੋਨੋਂ ਹੁਕਮ ਨੇ, ਤੂੰ ਕਿਰਤ ਵੀ ਕਰ, ਮਾਇਆ ਵੀ ਕਮਾ, ਨਾਮ ਵੀ ਜਪ, ਫਿਰ ਤੂੰ ਬਿਲਕੁਲ ਸੁਖੀ ਹੋ ਜਾਵੇਗਾ। ਪੁਰਾਤਨ ਸਿੱਖਾਂ ਕੋਲੇ ਭਾਵੇਂ ਬਹੁਤਾ ਧਨ ਪਦਾਰਥ ਨਹੀਂ ਸੀ ਹੁੰਦਾ, ਕਿਉਂਕਿ ਕਿਰਤ ਕਰਨਾ ਬਹੁਤਾ ਧਨ ਨਹੀਂ ਹੁੰਦਾ। ਬਹੁਤਾ ਧਨ ਤੇ ਗੁਰਬਾਣੀ ਕਹਿੰਦੇ ਪਾਪਾਂ ਬਾਝੋਂ ਹੋਵੇ ਨਾਹੀ, ਮੋਇਆਂ ਸਾਥ ਨਾ ਜਾਈ। ਪਾਪ ਕਰਮਾਂ ਤੋਂ ਬਿਨਾਂ ਬਹੁਤਾ ਧਨ ਇਕੱਠਾ ਨਹੀਂ ਹੁੰਦਾ। ਕਿਰਤ ਕਰਨ ਨਾਲ ਦਾ ਪਰਿਵਾਰ ਦਾ ਬਸ ਵਧੀਆ ਗੁਜ਼ਾਰਾ ਹੁੰਦਾ। ਫਿਰ ਵੀ ਉਦੋਂ ਲੋਕ ਸੰਤੁਸ਼ਟ ਸਨ। ਹੁਣ ਸਾਡੇ ਕੋਲ ਬੜਾ ਕੁਛ ਹੈਗਾ, ਫਿਰ ਵੀ ਅਸੀਂ ਸੰਤੁਸ਼ਟ ਨਹੀਂ ਹਾਂ।
ਅਸੰਤੁਸ਼ਟ ਹਾਂ, ਮਨ ਸੰਤੁਸ਼ਟ ਨਹੀਂ ਹੈ। ਕਿਉਂਕਿ ਧਨ ਇਕੱਠਾ ਕਰਨ ਤੇ ਲੱਗੇ ਰਹੇ, ਨਾਮ ਜਪਿਆ ਨਹੀਂ, ਜੀਵਨ ਅਧੂਰਾ ਰਹਿ ਗਿਆ। ਇੱਕ ਪਾਸਾ ਸੁਖੀ ਹੋ ਗਿਆ, ਦੂਜਾ ਪਾਸਾ ਦੁਖੀ ਹੀ ਹੈ। ਇਸ ਲਈ ਜਿਹੜੇ ਸਿੱਖ ਗੁਰੂ ਨਾਨਕ ਦੀਆਂ ਦੋਨੋਂ ਗੱਲਾਂ ਤੇ ਪਹਿਰਾ ਦਿੰਦੇ ਨੇ, ਕਿਰਤ ਵੀ ਕਰਦੇ ਨੇ ਦਸਾਂ ਨਾਮ ਦੀ, ਨਾਲ ਨਾਮ ਵੀ ਜਪਦੇ ਨੇ, ਅਸਲ 'ਚ ਉਹੀ ਸੁਖੀ ਹਨ। ਤਾਂ ਫਰੀਦ ਸਾਹਿਬ ਸਮਝਾ ਰਹੇ ਨੇ ਕਿ ਨਹੀਂ ਤਾਂ ਭਾਈ ਇਹ ਤਾਂ ਕੂੜਾ ਸੌਦਾ ਹੈ, ਅਖੀਰ ਨੂੰ ਬੰਦੇ ਨੇ ਕਬਰਾਂ 'ਚ ਹੀ ਆਉਣਾ। ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨ ਕਾਈ ਮੇਖ, ਵਾਰੀ ਆਪੋ ਆਪਣੀ, ਚੱਲੇ ਮਸ਼ਾਇਕ ਸ਼ੇਖ। ਖਿਆਲ ਰੱਖਣਾ, ਇਹ ਦੋਨੋਂ ਸ਼ਬਦ ਫਾਰਸੀ ਦੇ ਨੇ। ਇਹਨੂੰ ਮਸਾਇਕ ਨਹੀਂ ਪੜ੍ਹਨਾ, ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਮਸ਼ਾਇਕ ਹੁੰਦਾ ਵਿਦਵਾਨ ਲੋਕ, ਸ਼ੇਖ ਹੁੰਦੇ ਨੇ ਧਾਰਮਿਕ ਲੋਕ। ਫਾਰਸੀ ਦਾ ਅਸਲ ਸ਼ਬਦ ਹੈ ਸ਼ੈਖ, ਸੱਸੇ ਪੈਰ 'ਚ ਬਿੰਦੀ, ਉੱਤੇ ਦਲਾਮਾ ਖੱਖਾ। ਸ਼ੈਖ ਤੋਂ ਫਿਰ ਗੁਰਬਾਣੀ 'ਚ ਸ਼ੇਖ ਬਣ ਗਏ। ਮਸ਼ਾਇਕ ਇਹ ਬਹੁਵਚਨ ਹੈ, ਸ਼ੇਖ ਵੀ ਇੱਥੇ ਬਹੁਵਚਨ ਹੈ। ਮਸ਼ਾਇਕ ਦਾ ਮਤਲਬ ਹੁੰਦਾ ਵਿਦਵਾਨ, ਤੇ ਸ਼ੇਖ ਦਾ ਮਤਲਬ ਧਾਰਮਿਕ ਵਿਅਕਤੀ। ਫਰੀਦਾ ਖਿੰਥੜ ਗੋਜੜੀ ਹੁੰਦੀ ਹੈ, ਕੇਵਲ ਸਾਧੂਆਂ ਦੇ ਪਾਈ ਹੋਈ, ਜਿਹਨੂੰ ਟਾਕੀਆਂ ਟੂਕੀਆਂ ਲੱਗੀਆਂ ਹੁੰਦੀਆਂ ਨੇ, ਟਾਕੀਆਂ ਲਾ ਲਾ ਕੇ ਉਹ ਗੋਜੜੀ ਬਣਾਈ ਹੁੰਦੀ। ਫਰੀਦਾ ਖਿੰਥੜ ਮੇਖਾਂ ਅਗਲੇ, ਮੇਖਾਂ ਵਿੱਚ ਮੇਖ ਕਿੱਲ ਨੂੰ ਕਿਸੇ ਨੂੰ ਇੱਥੇ ਆ ਕੰਧ ਮੇਖ ਕੱਢਦੇ, ਇਹ ਤੇ ਭਾਵ ਹੈ ਸੂਈ ਦੇ ਨਾਲ। ਸੂਈ ਤਾਂ ਜਿਹੜਾ ਆਪਾਂ ਇੱਕ ਤੋਪਾ ਲਾਉਣੇ ਆ, ਕਿਹਦਾ ਕਮੀਜ਼ ਉਧੜ ਗਿਆ ਹੈ, ਆਪਾਂ ਸੂਈ ਨਾਲ ਉਹਨੂੰ ਸਿਉਣੇ। ਉਹ ਜਿਹੜੇ ਆਪਾਂ ਸਿਉਂ ਰਹੇ ਉਹਨੂੰ ਕਹਿੰਦੇ ਤੋਪੇ ਜਾਂ ਤਰੋਪੇ। ਪਾਕਿਸਤਾਨ ਤਰੋਪੇ ਕਹਿੰਦੇ ਸੀ, ਇਹ ਤੇ ਤੋਪੇ ਕਹਿੰਦੇ, ਬਸ ਇੰਨੇ ਛੋਟਾ ਬਣਾਉਣਾ ਸੀ ਉਹਨੂੰ ਕਹਿੰਦੇ ਮੇਖਾਂ। ਅਗਲੀਆਂ ਮੈਨੇ ਬਹੁਤ, ਜਿਵੇਂ ਆਟਾ ਅਗਲਾ, ਅਗਲਾ ਮੈਨੇ ਬਹੁਤ। ਫਰੀਦਾ ਖਿੰਥੜ ਮੇਖਾਂ ਅਗਲੀ, ਗੋਦੜੀ ਨੂੰ ਤੋਂ ਬਹੁਤ ਟਾਂਕੇ ਲਾ ਰੱਖੇ ਹਨ। ਜਿੰਦ ਨਾ ਕਾਈ ਮੇਖ, ਪਰ ਜਿੰਦ ਨੂੰ ਤਾਂ ਕੋਈ ਟਾਂਕਾ ਨਹੀਂ ਲਾਇਆ। ਗੋਦੜੀ ਦੇ ਟਾਂਕੇ ਲਾਏ ਨੇ ਪਾਟ ਨਾ ਜਾਵੇ, ਜਿੰਦ ਨੂੰ ਕੋਈ ਟਾਂਕਾ ਨਹੀਂ ਲਾਇਆ ਵੀ ਕਿਤੋਂ ਨਿਕਲ ਨਾ ਜਾਵੇ। ਇਹਨੂੰ ਨਹੀਂ ਟਾਂਕਾ ਲਾਇਆ ਕੋਈ ਵੀ ਹਾਂ ਇਹ ਟਿਕੀ ਰਹੇ, ਇਹਨੂੰ ਲਾਇਆ ਨਹੀਂ ਕੋਈ ਟਾਂਕਾ। ਭਾਵ ਸਰੀਰ ਦੀ ਤੇ ਚਿੰਤਾ ਕੀਤੀ ਹੈ ਵੀ ਸਰੀਰ ਖਿੰਥਾ ਗੋਦੜੀ, ਭਾਵ ਸਰੀਰ ਨੂੰ ਤਾਂ ਬੜੀਆਂ ਟਾਕੀਆਂ ਲਾਈਆਂ ਨੇ। ਸਰੀਰ ਦਾ ਤਾਂ ਪੂਰਾ ਖਿਆਲ ਰੱਖਿਆ ਵੀ ਸਰੀਰ ਨੁਕਸਾਨ ਨਾ ਹੋਵੇ, ਪਰ ਜਿੱਦ ਦਾ ਖਿਆਲ ਨਹੀਂ ਰੱਖਿਆ। ਜਿੱਦ ਵੱਲ ਖਿਆਲ ਹੀ ਨਹੀਂ ਕੀਤਾ। ਗੋਦੜੀ ਨੇ ਤਾਂ ਟਾਂਕੇ ਲਾ ਲਏ ਵੀ ਫਟ ਨਾ ਜਾਵੇ। ਮਨ ਜਿਹੜਾ ਅੰਦਰ ਆਤਮਾ ਹੈ ਉਹਦਾ ਕੋਈ ਖਿਆਲ ਹੀ ਨਹੀਂ ਕੀਤਾ, ਉਹ ਭਜਨ ਬੰਦਗੀ ਕੀਤੀ ਨਹੀਂ। ਸਰੀਰ ਦਾ ਖਿਆਲ ਰੱਖਿਆ ਬਾਰ-ਬਾਰ। ਸਰੀਰ ਦਾ ਮਨੁੱਖ ਪੂਰਾ ਖਿਆਲ ਰੱਖਦਾ ਹੈ। ਵੈਸੇ ਵਿਚਾਰੇ ਨੂੰ ਇਹ ਨਹੀਂ ਅਜੇ ਪਤਾ ਕਿ ਸਰੀਰ ਨੂੰ ਖਾਣ ਨੂੰ ਅਸੀਂ ਕੀ ਦੇਣਾ ਹੈ। ਇੰਨਾ ਪਤਾ ਵੀ ਸਰੀਰ ਨੂੰ ਖਾਣ ਨੂੰ ਪੀਣ ਨੂੰ ਦੇਣਾ, ਕੀ ਦੇਣਾ ਇਹ ਤੇ ਕਿਸੇ ਵਿਰਲੇ ਟਾਵੇਂ ਨੂੰ ਪਤਾ। ਤੁਹਾਡੇ ਸਰੀਰ ਨੂੰ ਕਿਸੇ ਹੋਰ ਚੀਜ਼ ਦੀ ਲੋੜ ਹੋ ਸਕਦੀ ਹੈ, ਮੇਰੇ ਸਰੀਰ ਨੂੰ ਹੋਰ ਚੀਜ਼ ਦੀ ਲੋੜ ਹੋ ਸਕਦੀ ਹੈ। ਇਹ ਨਹੀਂ ਹੁੰਦਾ ਕਿ ਜਿਹੜੀ ਤੁਹਾਡੇ ਸਰੀਰ ਨੂੰ ਲੋੜ ਉਹੀ ਮੇਰੇ ਸਰੀਰ ਨੂੰ ਲੋੜ ਹੈ। ਨੋ, ਆਮ ਕਹਾਵਤ ਹੈ, ਕਿਸੇ ਲਈ ਮਾਂ ਸਵਾਦੀ, ਕਿਸੇ ਲਈ ਮਾਂ ਬਾਦੀ। ਕਿਸੇ ਦਾ ਬੜੇ ਸਵਾਦ ਲੱਗੇ, ਕਿਸੇ ਨੂੰ ਉਹ ਖੱਟੇ ਡਕਾਰ ਜੇ ਆਏਗਾ, ਹਜਮ ਹੀ ਨਹੀਂ ਹੋਏ। ਮਨੁੱਖ ਨੂੰ ਇਹਨਾਂ ਤੇ ਪਤਾ ਹੈ ਵੀ ਸਰੀਰ ਨੂੰ ਰੋਟੀ ਪਾਣੀ ਦੀ ਲੋੜ ਹੈ, ਪਰ ਇਹਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਕਿਸ ਰੋਟੀ ਦੀ ਲੋੜ ਹੈ। ਇਹ ਜੋ ਜੀ ਕਰਦਾ ਅੰਦਰ ਥੁੰਨੀ ਜਾਂਦਾ ਬਸ। ਇਹਨੂੰ ਕੋਈ ਪਤਾ ਨਹੀਂ ਕਿ ਮੇਰੇ ਸਰੀਰ ਨੂੰ ਕਿਸ ਚੀਜ਼ ਦੀ ਲੋੜ ਹੈ। ਇਹ ਤਾਂ ਜੀਵ ਦੇ ਸਵਾਦ ਕਾਰਨ ਜਾਂ ਅਗਿਆਨਤਾ ਕਾਰਨ ਖਾਈ ਹੋਈ ਤੁਰਿਆ ਜਾਂਦਾ ਹੈ। ਇਹ ਨਹੀਂ ਵੇਖਦਾ ਕਿ ਮੇਰੇ ਸਰੀਰ ਲਈ ਲਾਭਦਾਇਕ ਕਿਹੜੀ ਚੀਜ਼ ਹੈ ਤੇ ਕਿਹੜੀ ਨੁਕਸਾਨਦਾਇਕ। ਇਹ ਤਾਂ ਗਿਆਨ ਹੀ ਨਹੀਂ ਹੈਗਾ। ਇਸੇ ਲਈ ਇੰਨੀਆਂ ਬਿਮਾਰੀਆਂ ਵੱਧ ਰਹੀਆਂ ਦਿਨੋਂ ਦਿਨ। ਜਦੋਂ ਗਿਆਨ ਹੀ ਨਹੀਂ
ਕਿ ਜੋ ਮੈਂ ਖਾ ਰਿਹਾ, ਜੋ ਮੈਂ ਪੀ ਰਿਹਾ, ਕੀ ਮੇਰੇ ਸਰੀਰ ਨੂੰ ਫਿੱਟ ਹੈ? ਇਹ ਗਿਆਨ ਹੀ ਨਹੀਂ। ਇਸ ਲਈ ਬਸ ਐਵੇਂ ਖਾਧਾ ਜਾ ਰਿਹਾ, ਐਵੇਂ ਪੀਤਾ ਜਾ ਰਿਹਾ, ਤੇ ਸਰੀਰ 'ਚ ਬੇਅੰਤ ਪ੍ਰਕਾਰ ਦੇ ਰੋਗ ਪੈਦਾ ਕਰ ਦਿੰਦਾ। ਫਿਰ ਇੱਕ ਵਾਰੀ ਰੋਗੀ ਸਰੀਰ, ਨਾ ਕੋਈ ਖਾ ਸਕੇ ਨਾ ਪੀ, ਜ਼ਿੰਦਗੀ ਜਿਉਣ ਦਾ ਆਨੰਦ ਹੀ ਖਤਮ ਹੋ ਜਾਂਦਾ। ਜ਼ਿੰਦਗੀ ਜਿਉਣ ਦਾ ਆਨੰਦ ਤਾਂ ਉਹਨਾਂ ਚਿਰ ਜਿੰਨਾ ਚਿਰ ਤੁਸੀਂ ਤੰਦਰੁਸਤ ਹੋ, ਬਿਮਾਰ ਹੋਏ ਨਹੀਂ। ਮੰਨ ਲਓ ਮੇਰੇ ਜੇਬ 10,000 ਰੁਪਏ ਹੈ ਤੇ ਮੈਨੂੰ ਸ਼ੂਗਰ ਹੈ, ਤੇ ਮੈਂ ਕੋਹਲੀ ਸਵੀਟਸ ਵਾਲੇ ਕੋਲ ਲੰਘਦਾ, ਸੁਗੰਧੀ ਆਉਂਦੀ ਹੈ, ਜੀ ਕਰਦਾ ਖਾਣ ਨੂੰ। ਡਾਕਟਰ ਕਹਿੰਦਾ ਜੇ ਤੂੰ ਖਾਏਗਾ ਮਰੇਗਾ। ਫਿਰ ਕੀ ਹੈ? ਪੈਸੇ ਹੋਣ ਦੇ ਬਾਵਜੂਦ ਬੰਦਾ ਖਾ ਨਹੀਂ ਸਕਦਾ, ਕਿਉਂਕਿ ਪਹਿਲਾਂ ਬੇਸੁਰਿਆਂ ਵਾਂਗੂ ਖਾਈ ਗਿਆ, ਲੋੜ ਤੋਂ ਵੱਧ ਖਾਈ ਗਿਆ। ਉਹ ਅੰਦਰ ਸਾਰ, ਕਿਸੇ ਦੇ ਅੰਦਰ ਚਰਬੀ ਜਮ੍ਹਾਂ ਹੋ ਗਈ, ਕਿਸੇ ਦੇ ਅੰਦਰ ਸ਼ੂਗਰ ਜਮ੍ਹਾਂ ਹੋ ਗਈ, ਸਾਰੀ ਉਮਰ ਦੇ ਰੋਗ ਲੱਗ ਗਏ। ਸੋ ਮਨੁੱਖ ਨੂੰ ਇੰਨਾ ਤੇ ਪਤਾ ਵੀ ਰੋਟੀ ਪਾਣੀ ਨਾਲ ਸਰੀਰ ਚੱਲੋ, ਪਰ ਇਹ ਨਹੀਂ ਪਤਾ ਕਿਸ ਭੋਜਨ ਨਾਲ ਮੇਰਾ ਸਰੀਰ ਠੀਕ ਚੱਲੇਗਾ। ਜੇ ਕਿਤੇ ਗਿਆਨ ਹੋ ਜਾਏ, ਇਹ ਇੱਕ ਤਾਂ ਥੋੜੇ ਨਾਲੇ ਦਾ ਸਰ ਜਾਏਗਾ, ਇੱਕ ਤੰਦਰੁਸਤ ਵੀ ਰਹੇਗਾ। ਸਾਨੂੰ ਜਿੰਨਾ ਚਾਹੀਦਾ ਉਸ ਤੋਂ ਲੋੜ ਤੋਂ ਵੱਧ ਅਸੀਂ ਖਾਂਦੇ ਹਾਂ, ਇਸ ਕਰਕੇ ਰੋਗਾਂ ਨੂੰ ਸੱਦੇ ਮਾਰ ਦਿੰਦੇ ਰਹਿੰਦੇ। ਸੋ ਸਮਝਾਇਆ ਕਿ ਫਰੀਦਾ ਖਿੰਥੜ ਮੇਖਾਂ ਅਗਲੀ, ਤੂੰ ਗੋਦੜੀ ਨੂੰ ਤੇ ਬੜੇ ਟਾਂਕੇ ਲਾਏ ਹੋਏ ਹਨ। ਜਿੰਦ ਨਾ ਕਾਈ ਮੇਖ, ਪਰ ਜਿੰਦ ਨੂੰ ਕੋਈ ਟਾਂਕਾ ਨਹੀਂ ਲਾਇਆ। ਇਹ ਨਹੀਂ ਪਤਾ ਵਾਰੀ ਆਪੋ ਆਪਣੀ ਚਲੇ, ਮਸ਼ਾਇਕ ਸ਼ੇਖ, ਚਾਹੇ ਵਿਦਵਾਨ ਨੇ ਤੇ ਚਾਹੇ ਧਾਰਮਿਕ ਬੰਦੇ ਨੇ, ਸਭ ਨੇ ਆਪਣੀ ਵਾਰੀ ਨੂੰ ਇਸ ਸੰਸਾਰ ਤੋਂ ਚਲੇ ਜਾਣਾ ਹੈ। ਸਮਝਾਇਆ ਕਿ ਨਿਰਾ ਬਾਹਰਲੇ ਸਰੀਰ ਦਾ ਖਿਆਲ ਨਹੀਂ ਰੱਖਣਾ, ਅੰਦਰ ਜੋ ਆਤਮਾ ਹੈ ਉਹਦਾ ਵੀ ਖਿਆਲ ਰੱਖਣਾ। ਆਤਮਾ ਨੂੰ ਕੋਈ ਟਾਂਕਾ ਨਹੀਂ ਲਾਇਆ, ਭਾਵ ਆਤਮਾ ਦਾ ਖਿਆਲ ਨਹੀਂ ਕਰਦਾ। ਸਰੀਰ ਨੂੰ ਬੜੇ ਲਾਏ ਟਾਂਕੇ, ਸਰੀਰ ਦਾ ਖਿਆਲ ਕਰਦਾ ਨਹੀਂ। ਕਹਿੰਦੇ ਇੱਕ ਦੇ ਤਾਂ ਸਰੀਰ ਛੱਡ ਕੇ ਇੱਥੇ ਰਹਿ ਜਾਣਾ, ਆਤਮਾ ਨੇ ਵਿੱਚੋਂ ਨਿਕਲ ਕੇ ਜਾਣਾ ਹੈ। ਇਸ ਲਈ ਚਾਹੇ ਵਿਦਵਾਨ ਹੈ, ਚਾਹੇ ਧਾਰਮਿਕ ਹੈ, ਇੱਥੇ ਕਿਸੇ ਨੇ ਨਹੀਂ ਰਹਿਣਾ। ਸੋ ਜਿੰਨਾ ਸਮਾਂ ਮਿਲਿਆ ਨਿਰਾ ਸਰੀਰ ਵਾਲੀ ਨਹੀਂ ਵੇਖੀ ਜਾਣਾ, ਨਿਰੇ ਸਰੀਰ ਨੂੰ ਪਾਲਣ ਪੋਸ਼ਣ 'ਚ ਨਹੀਂ ਲੱਗੇ ਰਹਿਣਾ, ਆਤਮਾ ਦਾ ਵੀ ਖਿਆਲ ਰੱਖਣਾ। ਜੇ ਤੁਹਾਡੇ 2 ਬੱਚੇ ਹੋਣ, ਇੱਕ ਲੜਕਾ ਇੱਕ ਲੜਕੀ ਹੈ, ਲੜਕੇ ਨੂੰ ਤੁਸੀਂ ਸਾਰੀਆਂ ਸਹੂਲਤਾਂ ਦਿਓ, ਖਾਣ ਪੀਣ ਪਹਿਨਣ ਨੂੰ, ਲੜਕੀ ਦਾ ਖਿਆਲ ਹੀ ਨਾ ਕਰੋ, ਇੱਕ ਦਿਨ ਹੈ ਤੁਹਾਡੇ ਘਰ 'ਚ ਅਸ਼ਾਂਤੀ ਪੈਦਾ ਹੋ ਜਾਏਗੀ। 2-3 ਸਾਲ ਹੋਏ, ਚੰਡੀਗੜ੍ਹ ਦੀ ਖਬਰ ਛਪੀ ਕਿ ਜਿਹੜਾ 5 ਸਾਲ ਦਾ ਲੜਕਾ ਹੈ, 10 ਸਾਲ ਦੀ ਲੜਕੀ, ਭੈਣ ਭਰਾ ਨੇ, ਲੜਕੀ ਆਪਣੇ ਭਰਾ ਦਾ ਗਾਲ ਘੋਟ ਰਹੀ ਹੈ ਵੀ ਮੈਨੂੰ ਮਾਰ ਦੇਵਾਂ। ਉਹ ਚੀਕਾਂ ਮਾਰਦਾ, ਉਹਦੇ ਚੀਕਾਂ ਸੁਣ ਕੇ ਮਾਂ ਪਿਓ ਭੱਜਿਆ, ਛੁਡਾਇਆ ਉਸਨੂੰ। ਕਹਿ ਤੂੰ ਕੀ ਕਰ ਰਹੀ ਹੈ? ਕਹਿੰਦੇ ਮੈਨੂੰ ਮਾਰ ਦੇਣਾ। ਕਹਿੰਦੇ ਕਿਉਂ ਮਾਰ ਦੇਣਾ? ਕਹਿੰਦੇ ਤੁਸੀਂ ਮੈਨੂੰ ਤਾਂ ਕੁਛ ਦਿੰਦੇ ਨਹੀਂ, ਸਾਰਾ ਕੁਛ ਇਹਨੂੰ ਦਿੰਦੇ ਹੋ, ਮੈਨੂੰ ਮਾਰ ਦੇਣਾ। ਉਹਨੂੰ ਖਤਰਾ ਹੋ ਗਿਆ ਵੀ ਕਿਸੇ ਵੇਲੇ ਵੀ ਮਾਰ ਸਕਦੀ ਹੈ। ਕਿਉਂ ਅਜਿਹਾ ਹੋਇਆ ਕਿ ਅਸੀਂ ਬੇਇਨਸਾਫੀ ਕੀਤੀ? ਬੇ ਮੁੰਡਾ ਕੀ ਅਸਮਾਨੋਂ ਡਿੱਗਿਆ ਹੋਇਆ ਹੈ, ਉਹਨੂੰ ਪੁੱਛ ਕਰੀ ਜਾਣਾ ਤੇ ਕੁੜੀ ਨੂੰ ਕੋਈ ਸਹੂਲਤਾਂ ਨਹੀਂ ਦੇਣੀ, ਅੜ ਕੇ ਮੈਨੂੰ ਮਾਰ ਦੇਣਾ। ਇਹ ਮਾਰ ਦੇਣਾ ਕਿਸੇ ਵੇਲੇ ਵੀ ਇਹ ਹੋ ਸਕਦਾ। 9ਵੀਂ ਦੇ 2 ਮੁੰਡੇ ਆਪਣੀ ਗੱਲਾਂ ਕਰ ਰਹੇ ਨੇ। ਕਹਿੰਦੇ ਤੁਸੀਂ ਕਿੰਨੇ ਭਰਾ ਹੋ? ਕਹਿੰਦਾ ਅਸੀਂ 2। ਕਿ ਤੂੰ? ਕਹਿੰਦਾ ਮੈਂ ਤਾਂ ਇਕੱਲਾ ਹੀ। ਕਹਿੰਦਾ ਤੂੰ ਤੇ ਭਾਗਾਂ ਵਾਲਾ। ਇਕੱਲੇ ਨੂੰ ਦੂਜਾ ਕਹਿੰਦਾ ਤੂੰ ਤੇ ਭਾਗਾਂ ਵਾਲਾ। ਕਹਿੰਦਾ ਕਿਉਂ? ਕਹਿੰਦਾ ਸਾਡੇ ਪਿਓ ਦੀ ਜਾਇਦਾਦ ਤੇ 2 ਹਿੱਸਿਆਂ 'ਚ ਵੰਡੀ ਜਾਣੀ, ਤੈਨੂੰ ਸਾਰੀ ਦੀ ਸਾਰੀ ਜਾਇਦਾਦ ਆਉਣੀ ਹੈ। ਦੇਖੋ 9ਵੀਂ 'ਚ ਇਹ ਸੋਚ ਹੈ ਬਈ ਸਾਡੀ ਤੇ ਬਾਪ ਦੀ ਜਾਇਦਾਦ 2 ਹਿੱਸਿਆਂ 'ਚ ਵੰਡੀ ਬਣ ਤੇ ਅੱਧੀ ਮਿਲਣੀ ਹੈ, ਤੈਨੂੰ ਸਾਰੀ ਮਿਲਣੀ ਹੈ। ਤੇ ਇਹਦਾ ਮਤਲਬ ਹੈ ਇੱਕ ਭਰਾ ਦੂਜੇ ਨੂੰ ਕਦੇ ਮਾਰ ਵੀ ਸਕਦਾ, ਨੁਕਸਾਨ ਵੀ ਪਹੁੰਚਾ ਸਕਦਾ, ਵੀ ਇਹਦਾ ਵੀ ਮੈਂ ਹਿੱਸਾ ਲੈਣਾ। ਇਸ ਤਰ੍ਹਾਂ ਸੋਚੋਗੀ। ਔਰ ਉਹ ਸਾਡੇ ਕਾਰਨ ਹੈ। ਮਾਂ ਪਿਓ ਨੂੰ ਬੱਚੇ ਜੰਮਣੇ ਤੇ ਆਉਂਦੇ ਨੇ, ਪਾਲਣੇ ਨਹੀਂ ਆਉਂਦੇ। ਪਾਲਣੇ ਕਿਸੇ ਵੇਰਲੇ ਟਾਵੇਂ ਨੂੰ ਆਉਂਦੇ ਨੇ। ਕਿਤੇ ਬੱਚੇ ਪਾਲਣੇ ਆ ਜਾਏ ਤਾਂ ਧਰਤੀ ਸਵਰਗ ਜੇ। ਜੇ ਕਿਤੇ ਸਾਨੂੰ ਬੱਚੇ ਪਾਲਣੇ ਆਉਂਦੇ, ਇੰਨੇ ਨਸ਼ੇ ਹੋ ਹੀ ਨਹੀਂ ਸੀ ਸਕਦੇ ਪੰਜਾਬ 'ਚ ਜਿੰਨੇ ਅੱਜ ਨੇ। ਬਾਪੂ ਵੀ ਨਸ਼ਈ, ਅੱਗੋਂ ਜਵਾਕ ਵੀ ਨਸ਼ਈ। ਜਿਹੋ ਜਿਹੀ ਕੋਕੋ
ਇਹੋ ਜਿਹੀ ਕੋਕੋ ਦੇ ਬੱਚੇ, ਕੋਕੋ ਵੀ ਇੰਨੀ ਠੀਕ ਹੈ, ਬੱਚੇ ਕਿਸ ਵਾਰ ਠੀਕ ਹੋਣਗੇ। ਜਿਵੇਂ ਕਿ ਆ ਗਿਆ ਬਾਪ ਮੇਰੇ ਕੋਲ, ਬਾਬਾ ਜੀ, ਮੈਂ ਹਾਂਜੀ, ਕਹਿੰਦਾ ਮੈਂ ਆਪਣੇ ਮੁੰਡੇ ਨੂੰ ਰੋਜ਼ ਕਹਿੰਦਾ ਕਾਕਾ ਤੂੰ ਸ਼ਰਾਬ ਨਾ ਪੀਆ ਕਰ। ਸਾਲ ਕੁ ਤਾਂ ਸੁਣੀ ਗਿਆ। ਇੱਕ ਦਿਨ ਕਹਿੰਦਾ ਡੈਡੀ ਮੇਰੀ ਗੱਲ ਸੁਣ। ਮੈਂ ਸੁਣਾ। ਕਹਿ ਸੱਚੋ ਸੱਚ ਦੱਸੋ ਤੁਸੀਂ ਕਿੰਨੀ ਉਮਰ 'ਚ ਜਾ ਕੇ ਸ਼ਰਾਬ ਪੀਣੀ ਛੱਡੀ? ਕਹਿੰਦਾ ਮੈਂ 40 ਸਾਲ ਦੀ ਉਮਰ 'ਚ ਛੱਡਤੀ ਸੀ। ਕਹਿੰਦਾ ਡੈਡੀ ਤੁਹਾਡਾ ਮੇਰਾ ਵਾਅਦਾ ਰਿਹਾ, ਮੈਂ 39 ਸਾਲ ਦੀ ਉਮਰ ਛੱਡ ਦਾਂਗਾ, ਉਦੋਂ ਪਹਿਲਾਂ ਨਾ ਮੈਨੂੰ ਕੁਛ ਕਹਿਓ, ਮੈਂ ਤੁਹਾਡੀ 1 ਸਾਲ ਪਹਿਲਾਂ ਛੱਡ ਦਾਂਗਾ। ਦੱਸੋ ਜੀ। ਕਹਿੰਦਾ ਮੈਂ ਮੇਰੀ ਬੋਲਤੀ ਬੰਦ ਕਰਤੀ ਉਸਨੇ। ਕੀ ਯਾਦ ਹੈ ਵੇਖੋ, ਕੀ ਯਾਦ ਹੈ। ਇਸ ਲਈ ਬੱਚੇ ਪਾਲਣੇ ਦਾ ਬਹੁਤ ਔਖੇ ਹੁੰਦੇ ਨੇ। ਇਹ ਕਿਸੇ ਕਿਸੇ ਮਾਂ ਪਿਓ ਨੂੰ ਬੱਚੇ ਪਾਲਣੇ ਹੁੰਦੇ ਨੇ, ਹਰ ਇੱਕ ਨੂੰ ਨਹੀਂ ਆਉਂਦਾ। ਜਿਹਦਾ ਬਾਪ ਹੀ ਰਾਤ ਨੂੰ 10 ਵਜੇ ਡਿੱਕ ਡੋਲੇ ਖਾਂਦਾ ਆ ਰਿਹਾ ਘਰ ਨੂੰ, ਦੱਸ ਕਿਆ ਬੱਚਾ ਉਸ ਤੋਂ ਸਿੱਖੇਗਾ? ਤੇ ਕੀ ਉਹ ਬੱਚੇ ਦੀ ਪਾਲਣਾ ਪੋਸ਼ਣਾ ਕਰੇਗਾ? ਕੀ ਸਵਾਹ ਕਰੇਗਾ? ਠੀਕ ਹੈ, ਜੰਮ ਤੇ। ਸੋ ਇਸ ਲਈ ਸਮਝਾਇਆ ਕਿ ਭਾਈ ਨਿਰਾ ਸਰੀਰ ਦਾ ਹੀ ਖਿਆਲ ਨਹੀਂ ਰੱਖਣਾ, ਅੰਦਰ ਜਿਹੜੀ ਆਤਮ ਹੈ ਨਾ ਉਹਦਾ ਵੀ ਖਿਆਲ ਰੱਖਣਾ। ਸਰੀਰ ਨੂੰ ਰੋਟੀ ਪਾਣੀ ਦਿਓ ਜੋ ਫਿੱਟ ਬੈਠਦੀ ਹੈ, ਫਜ਼ੂਲ ਦੀਆਂ ਚੀਜ਼ਾਂ ਅੰਦਰ ਨਾ ਸੁੱਟੋ। ਬਾਕੀ ਆਤਮਾ ਦੀ ਖੁਰਾਕ ਹੈ ਸਿਮਰਨ, ਉਹ ਭਜਨ ਬੰਦਗੀ ਕਰੋ। ਤਾਂ ਜੋ ਦੋਨਾਂ ਦਾ ਖਿਆਲ ਰੱਖਣਾ। ਐ ਸਮਝਣਾ ਇੱਕ ਮੇਰਾ ਪੁੱਤਰ ਸਰੀਰ ਹੈ, ਦੂਜਾ ਮੇਰਾ ਪੁੱਤਰ ਆਤਮਾ ਹੈ। ਮੈਂ ਦੋਨਾਂ ਦਾ ਬਰਾਬਰ ਦਾ ਖਿਆਲ ਰੱਖਣਾ। ਇਹ ਨਹੀਂ ਕਿ ਇੱਕ ਨੂੰ ਜ਼ਿਆਦਾ ਸਹੂਲਤਾਂ ਦੇ ਦਾਂ, ਦੂਜੇ ਨੂੰ ਕੋਈ ਦੇਵਾਂ ਨਾ, ਫਿਰ ਤੁਸੀਂ ਸੁਖੀ ਨਹੀਂ ਰਹਿ ਸਕਦੇ। ਉਹਨੇ ਲਾਲ ਜਿਹਾ ਝੰਡਾ ਚੱਕ ਲੈਣਾ, ਫਿਰ ਬਾਪੂ ਮੁਰਦਾਬਾਦ, ਬਾਪੂ ਮੁਰਦਾਬਾਦ। ਹੋਰ ਕਿਆ ਕਰਾਂ? ਜਦੋਂ ਉਹਨੂੰ ਤੁਸੀਂ ਉਹਨੂੰ ਸਹੂਲਤ ਨਹੀਂ ਦਿਓਗੇ, ਦੂਜੇ ਨੂੰ ਦੇਈ ਜਾਓਗੇ। ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਦੋ ਹਿੱਸੇ ਨੇ, ਇੱਕ ਸਰੀਰ ਹੈ, ਇੱਕ ਇਹਦੇ ਵਿੱਚ ਮਨ ਜਾਂ ਆਤਮਾ ਹੈ। ਸਰੀਰ ਦੀ ਖੁਰਾਕ ਹੋਰ ਹੈ, ਮਨ ਆਤਮਾ ਦੀ ਖੁਰਾਕ ਹੋਰ ਹੈ। ਸਰੀਰ ਦੀ ਖੁਰਾਕ ਰੋਟੀ ਪਾਣੀ ਹਵਾ ਹੈ, ਤੇ ਮਨ ਆਤਮਾ ਦੀ ਖੁਰਾਕ ਸਿਮਰਨ ਹੈ, ਭਜਨ ਬੰਦਗੀ ਹੈ। ਇਹ ਦੋਨੋਂ ਕੰਮ ਅਸੀਂ ਕਰਨੇ ਨੇ। ਅੱਗੇ ਫਰੀਦ ਸਾਹਿਬ ਕਹਿੰਦੇ, ਫਰੀਦਾ ਦੋਹਾਂ ਦੀਵੀਂ, ਜਦੋਂ ਗਿਣਤੀ ਹੋਵੇ ਉਦੋਂ ਜੇ ਹਾਹੇ ਨੂੰ ਔਂਕੜ ਲੱਗਾ ਹੋਵੇ ਜਾਂ ਦਲੈਂਕੜ ਲੱਗਾ ਹੋਵੇ ਅਤੇ ਸ਼ਬਦ ਗਿਣਤੀ ਦੱਸਦਾ ਹੋਵੇ, ਫਿਰ ਹਾਹੇ ਦੇ ਟਿੱਪੀ ਲਾ ਕੇ ਬੋਲਿਆ ਜਾਂਦਾ। ਦੋ, ਤਿਉਂ, ਚੌਂ। ਆਮ ਤੌਰ 'ਤੇ 3 ਹੀ ਸ਼ਬਦ ਆਉਂਦੇ ਨੇ। ਦੋ, ਤਿਉਂ, ਚੌਂ। ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਤਿਉਂ ਮੈਨੇ 3, ਚੌਂ ਮੈਨੇ 4, ਦੋ ਮੈਨੇ 2। ਫਰੀਦਾ ਦੋਹਾਂ ਦੀਵੀਂ। ਹੁਣ ਦੋ ਆ ਗਏ ਨਾ, ਦੋ, ਇਸ ਲਈ ਦੀਵੀ ਇੱਕ ਵਚਨ ਹੋਏਗਾ, ਦੀਵੀਂ ਹੁਣ ਬਹੁਵਚਨ ਹੋ ਗਿਆ। ਫਰੀਦਾ ਦੋਹਾਂ ਦੀਵੀਂ ਬੁਲੰਦਿਆਂ, ਮਲਕ ਬੈਠਾ ਆਏ, ਗੜ ਲੀਤਾ ਘਾਟ ਲੁੱਟਿਆ, ਦੀਵੜੇ ਗਿਆ ਬੁਝਾਏ। ਦੋ ਦੀਵੇ, ਅੱਖਾਂ ਦੋ ਅੱਖਾਂ ਸਾਡੀਆਂ। ਫਰੀਦਾ ਦੋਹਾਂ ਦੀਵੀਂ ਬੁਲੰਦਿਆਂ, ਦੋਨਾਂ ਅੱਖਾਂ ਦੇ ਹੁੰਦਿਆਂ ਹੋਇਆ, ਆ ਦੋਨਾਂ ਅੱਖਾਂ ਦੇ ਸਾਹਮਣੇ ਮਲਕ ਬੈਠਾ ਆਏ। ਮਲਕ ਹੁੰਦਾ ਮੌਤ ਦਾ ਫਰਿਸ਼ਤਾ, ਇਹ ਫਾਰਸੀ ਦਾ ਸ਼ਬਦ ਹੈ। ਮੌਤ ਦਾ ਫਰਿਸ਼ਤਾ, ਉਹ ਫਰਿਸ਼ਤਾ ਕਹਿੰਦੇ, ਆਪਾਂ ਦੇਵਤਾ ਕਹਿੰਦੇ। ਭਾਵ ਯਮਰਾਜ, ਮਲਕ ਭਾਵ ਯਮਰਾਜ। ਅੱਖਾਂ ਦੇ ਸਾਹਮਣੇ ਹੀ ਦੋਨੋਂ ਦੀਵੇ ਜਗ ਰਹੇ ਸਨ। ਆਪ ਦੋਨੋਂ ਅੱਖਾਂ ਵੇਖ ਰਹੀਆਂ ਨੇ। ਦੋਨਾਂ ਅੱਖਾਂ ਦੇ ਹੁੰਦਿਆਂ ਹੋਇਆਂ ਜਿਹੜਾ ਮੌਤ ਦਾ ਦੇਵਤਾ ਹੈ ਭਾਵ ਯਮਰਾਜ ਹੈ, ਉਹ ਆ ਕੇ ਬੈਠ ਕੇ ਭਾਵ ਲੈਣ ਆ ਗਿਆ। ਹੁਣ ਉਹਨੇ ਕੀ ਕੀਤਾ? ਗੜ ਲੀਤਾ। ਗੜ ਕਿਲੇ ਨੂੰ ਕਹਿੰਦੇ। ਸਰੀਰ ਰੂਪੀ ਕਿਲੇ ਤੇ ਕਬਜ਼ਾ ਕਰ ਲਿਆ ਉਹਨੇ। ਘਾਟ ਲੁੱਟਿਆ, ਜਿਹੜਾ ਅੰਦਰ ਹਿਰਦਾ ਸੀ ਉਹਨੂੰ ਲੁੱਟ ਲਿਆ। ਭਾਵ ਵਿੱਚੋਂ ਜਿੱਦ ਕੱਢ ਲਈ। ਸਰੀਰ ਰੂਪੀ ਕਿਲੇ ਤੇ ਕਬਜ਼ਾ ਕਰਕੇ ਜਿਹੜੀ ਅੰਦਰ ਜਿੱਦ ਸੀ ਉਹਨੇ ਕੱਢ ਲਈ। ਦੀਵੜੇ ਗਿਆ ਬਜਾਏ, ਤੇ ਜਾਂਦੇ ਹੋਏ ਅੱਖਾਂ ਦੀ ਜੋਤ ਵੀ ਖਤਮ ਕਰ ਗਈ। ਕਿ ਜਦੋਂ ਬੰਦਾ ਮਰਦਾ ਹੈ ਫਿਰ ਵੇਖ ਨਹੀਂ ਸਕਦਾ, ਅੱਖਾਂ ਖੁੱਲੀਆਂ ਰਹਿ ਜਾਂਦੀਆਂ। ਕਿ ਫਿਰ ਅੱਖਾਂ ਖੁੱਲੀਆਂ, ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਹ ਫਟਾਫਟ ਹੱਥ ਦੇ ਨਾਲ ਅੱਖਾਂ ਬੰਦ ਕਰਦੇ ਨੇ ਵੀ
ਵੀ ਅੱਖਾਂ ਖੁੱਲ੍ਹੇ ਭੈੜੀਆਂ ਲੱਗਣਗੀਆਂ, ਕਿਉਂਕਿ ਜਦੋਂ ਬੰਦਾ ਮਰਦਾ ਉਹ ਤੋਂ ਬਾਅਦ ਹੌਲੀ ਹੌਲੀ ਦਾ ਸਰੀਰ ਠੰਡਾ ਹੁੰਦਾ। ਜਿਉਂ ਸਰੀਰ ਠੰਡਾ ਉਹ ਸਰੀਰ ਆਕੜ ਜਾਂਦਾ, ਉਹ 'ਚ ਨਰਮਾਈ ਨਹੀਂ ਰਹਿੰਦੀ। ਮੈਨੂੰ ਪਤਾ ਜਦੋਂ ਮਿਸਿਸ ਨੇ 3:15 ਵਜੇ ਸਵੇਰੇ ਸਰੀਰ ਤੇ ਆਖਿਆ, ਕੁਦਰਤੀ ਮੈਂ ਨਹਾ ਕੇ ਬਾਹਰ ਨਿਕਲਿਆ, ਮੈਂ ਦੇਖਿਆ ਵੀ ਰੰਗ ਚਿਹਰੇ ਦਾ ਬਦਲ ਗਿਆ। ਮੈਂ ਉਹਨਾਂ ਦੇ ਨੱਕ ਅੱਗੇ ਹੱਥ ਕੀਤਾ, ਕੋਈ ਹਵਾ ਨਹੀਂ ਆ ਰਹੀ। ਫਿਰ ਉਹਨੇ ਨਬਜ਼ ਵੇਖੀ ਵੀ ਉਹ ਤਾਂ ਵੀ ਡੈਥ ਹੋ ਗਈ। ਮੈਂ ਦੇਖਿਆ ਅੱਖਾਂ ਵੀ ਖੁੱਲ੍ਹੀਆਂ, ਮੂੰਹ ਵੀ ਖੁੱਲ੍ਹਾ। ਅੱਖਾਂ ਤਾਂ ਮੈਂ ਹੱਥ ਨਾਲ ਬੰਦ ਕਰਤੀਆਂ, ਉਹਦੇ ਬੰਦ ਹੋ ਗਈਆਂ, ਮੂੰਹ ਨਾ ਬੰਦ ਹੋਵੇ। ਫਿਰ ਮੈਂ ਢਾਠੀ ਲਈ, ਫਿਰ ਮੂੰਹ ਢਾਠੀ ਬੰਨ੍ਹਤੀ ਵੀ ਤਾਂ ਜੋ ਮੂੰਹ ਬੰਦ ਹੋ ਜੇ। ਫਿਰ ਅੱਧੇ ਘੰਟੇ ਢਾਠੀ ਖੋਲ੍ਹ ਲਾਂਗੇ, ਫਿਰ ਆਪੇ ਮੂੰਹ, ਨਹੀਂ ਤਾਂ ਐਂ ਖੁੱਲ੍ਹਾ ਹੋਇਆ ਮੂੰਹ ਸੋਹਣਾ ਨਹੀਂ ਲੱਗਦਾ। ਸੋ ਇਸ ਲਈ ਕਹਿੰਦਾ ਜਾਂਦਾ ਹੈ ਅੱਖਾਂ ਦੇ ਦੀਵੇ ਬੁਝਾ ਗਏ, ਭਾਵ ਮਨੁੱਖ ਦੀ ਡੈਥ ਹੋ ਗਈ। ਦੇਖਦਿਆਂ ਦੇਖਦਿਆਂ ਦੋਨਾਂ ਦੀਵਿਆਂ ਦੇ ਦੋਨਾਂ ਅੱਖਾਂ ਦੇ ਹੁੰਦਿਆਂ ਹੋਇਆਂ ਕਹਿੰਦੇ ਮੌਤ ਦਾ ਫਰਿਸ਼ਤਾ ਆ ਕੇ ਬੈਠ ਗਿਆ। ਉਹਨੇ ਸਰੀਰ ਤੇ ਕਬਜ਼ਾ ਕਰਕੇ ਜੇ ਵਿੱਚੋਂ ਆਤਮਾ ਸੀ ਉਹਨੂੰ ਲੁੱਟ ਲਿਆ, ਭਾਵ ਵਿੱਚੋਂ ਆਤਮਾ ਕੱਢ ਲਈ, ਤੇ ਜਾਂਦਾ ਦੀਵੇ ਵੀ ਬੁਝਾ ਗਿਆ, ਭਾਵ ਬੰਦੇ ਦੀ ਡੈਥ ਹੋ ਗਈ। ਸੋ ਕਹਿਣ ਦਾ ਕੀ ਮਤਲਬ ਹੈ ਕਿ ਬੰਦੇ ਨੇ ਬਹੁਤਾ ਸਮਾਂ ਨਹੀਂ ਜਿਉਣਾ, ਬਹੁਤਾ ਸਮਾਂ ਦੇਖਦਿਆਂ ਦੇਖਦੇ ਹੀ ਮੌਤ ਆ ਜਾਣੀ। ਆ ਭਾਵ ਹੈ ਦੇਖਦਿਆਂ ਦੇਖਦੇ ਮੌਤ ਆ ਸਕਦੀ ਹੈ, ਕਿਸੇ ਵੇਲੇ ਵੀ ਆ ਸਕਦੀ ਹੈ। ਕੋਈ ਇਹ ਨਹੀਂ ਕਹਿੰਦਾ ਮੈਂ 100 ਸਾਲ ਜੀਵਾਂਗਾ ਜੀ, ਕੋਈ ਗਰੰਟੀ ਨਹੀਂ ਹੈ। ਮਾਤਾ ਦੇ ਪੇਟ ਦੇ ਅੰਦਰ ਵੀ ਬੱਚਾ ਮਰ ਸਕਦਾ ਹੈ, ਕਈ ਵਾਰੀ ਅੰਦਰ ਹੀ ਮਰ ਜਾਂਦਾ, ਕਈ ਵਾਰੀ ਪੈਦਾ ਹੁੰਦੇ ਸਾਰ ਮਰ ਜਾਂਦਾ, ਕੋਈ ਦਿਨਾਂ ਬਾਅਦ ਮਰ ਗਿਆ, ਕੋਈ ਸਾਲ ਬਾਅਦ ਮਰ ਗਿਆ, ਕੋਈ 5 ਸਾਲ ਮਰ ਗਿਆ, ਕੋਈ ਪਤਾ ਨਹੀਂ ਕਿਸ ਵੇਲੇ ਅੰਤਮ ਸਮਾਂ ਆ ਜਾਣਾ। ਵੀ ਦੇਖਦਿਆਂ ਦੇਖਦਿਆਂ ਹੀ ਮੌਤ ਆ ਗਈ ਹੈ। ਬੰਦਾ ਸੋਚਦਾ ਕੱਲ੍ਹ ਨੂੰ ਭਜਨ ਬੰਦਗੀ ਸ਼ੁਰੂ ਕਰਾਂਗਾ, ਅਗਲੇ ਸਾਲ ਸ਼ੁਰੂ ਕਰਾਂਗਾ, ਆ ਬੱਚਾ ਵਿਆਹ ਲਾ ਫਿਰ ਸ਼ੁਰੂ ਕਰਾਂਗਾ, ਘਰ ਪਾ ਲਾ ਫਿਰ ਸ਼ੁਰੂ ਕਰਾਂਗਾ। ਵੀ ਪਤਾ ਨਹੀਂ ਉਹ ਸਮਾਂ ਆਉਣਾ ਵੀ ਹੈ ਕਿ ਨਹੀਂ ਆਉਣਾ। ਇਸ ਲਈ ਜਿਹੜਾ ਸਮਾਂ ਮਿਲਿਆ ਹੈ, ਜਿੰਨਾ ਵੀ ਮਿਲਿਆ ਹੈ, ਜੇ ਥੋੜ੍ਹਾ ਮਿਲਿਆ ਕੋਈ ਗੱਲ ਨਹੀਂ, ਤੁਸੀਂ ਥੋੜ੍ਹੇ ਸਮੇਂ 'ਚ ਵੀ ਭਜਨ ਬੰਦਗੀ ਕਰਨੀ ਸ਼ੁਰੂ ਕਰ ਦਿਓ। ਪਰਮਾਤਮਾ ਤੁਹਾਡੇ ਖੁਸ਼ ਹੋ ਕੇ ਤੁਹਾਨੂੰ ਹੋਰ ਵੇਲ ਦੇਵੇਗਾ, ਫਿਰ ਹੋਰ ਭਜਨ ਬੰਦਗੀ ਵਧਾ ਦਿਓ। ਫਿਰ ਪਰਮਾਤਮਾ ਹੋਰ ਵੇਲ ਦੇਵੇਗਾ, ਹੋਰ ਭਜਨ ਬੰਦਗੀ ਵਧਾ ਦਿਓ। ਜਿੰਨੀ ਤੁਹਾਨੂੰ 5-10 ਮਿੰਟ ਲਈ ਵੀ ਪਰਮਾਤਮਾ ਨੇ ਜ਼ਿੰਦਗੀ ਦਿਨ 'ਚ ਵੇਲ ਦਿੱਤੀ ਨਾ, 5-10 ਮਿੰਟ ਹੀ ਭਜਨ ਬੰਦਗੀ ਕਰੋ ਤੁਸੀਂ। ਇਹਨਾਂ ਕਿ ਜਦੋਂ ਮੈਂ ਵਿਹਲਾ ਹੋਵਾਂਗਾ ਉਦੋਂ ਸ਼ੁਰੂ ਕਰਾਂਗਾ, ਨਹੀਂ, ਹਰ ਬੰਦੇ ਦੇ 24 ਘੰਟੇ ਕੁਝ ਸਮਾਂ ਤੇ ਵੇਲ ਮਿਲਦੀ ਹੀ ਹੈ। ਅਸੀਂ 24 ਘੰਟੇ ਦਾ ਨਹੀਂ ਕੰਮ ਕਰਦੇ ਰਹਿੰਦੇ। ਮੰਨ ਲਓ ਆਪਾਂ 7 ਘੰਟੇ ਵੀ ਸੌਂ ਲਏ, ਬਾਕੀ 17 ਘੰਟੇ ਨੇ। ਫਿਰ ਕੰਮ ਵੀ ਕੀਤਾ, ਕੁਝ ਆਰਾਮ ਵੀ ਕੀਤਾ, ਕੁਝ ਤਾਂ ਬਚਿਆ ਸਾਡੇ ਕੋਲ ਸਮਾਂ, ਘੰਟਾ ਅੱਧਾ ਘੰਟਾ ਜਿੰਨਾ ਬਚਿਆ ਹੈ ਉਨਾ ਹੀ ਭਜਨ ਬੰਦਗੀ ਕਰ ਲਓ। ਤੁਸੀਂ ਕਰਨੀ ਸ਼ੁਰੂ ਕਰ ਦਿਓ, ਫਿਰ ਦੇਖਿਓ ਤੁਹਾਨੂੰ ਪਰਮਾਤਮਾ ਪਹਿਲਾਂ ਨਾਲੋਂ ਵੱਧ ਵੇਲ ਦੇਵੇਗਾ। ਉਹ ਜੇ ਵੇਲ ਮਿਲ ਗਈ ਹੈ ਉਹ ਜਿਹੜੀ ਗੁਆਣੀ, ਸਗੋਂ ਹੋਰ ਭਜਨ ਬੰਦਗੀ ਕਰਨੀ, ਪਰਮਾਤਮਾ ਹੋਰ ਵੇਲ ਦੇਵੇਗਾ। ਇਸ ਤਰ੍ਹਾਂ ਭਜਨ ਬੰਦਗੀ ਜਿੰਨਾ ਵੀ ਸਮਾਂ ਮਿਲੇ, ਇਸ ਲਈ ਕਹਿੰਦਾ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਧ। ਚਲੋ 24.5 ਮਿੰਟ ਨਹੀਂ ਤਾਂ 12 ਮਿੰਟ ਹੀ ਸਹੀ, ਕਹਿੰਦੇ 12 ਮਿੰਟ ਨਹੀਂ ਚਲ 6 ਮਿੰਟ ਹੀ ਸਹੀ। ਜਿੰਨਾ ਵੀ ਸਮਾਂ ਮਿਲਦਾ ਹੈ ਉਸ 'ਚ ਅਸੀਂ ਭਜਨ ਬੰਦਗੀ ਕਰਨੀ ਹੈ। ਉਡੀਕਦੇ ਨਹੀਂ ਰਹਿਣਾ ਕਿ ਸਮਾਂ ਮਿਲੇਗਾ ਤੇ ਫਿਰ ਕਰ, ਜਿੰਨਾ ਵੀ ਮਿਲ ਗਿਆ ਉਹਨਾਂ ਸ਼ੁਰੂ ਕਰ ਦਿਓ, ਆਪੇ ਮਿਲ ਹੀ ਜਾਏਗਾ। ਫਿਰ ਜਿਹਦੀ ਮਰਜ਼ੀ ਤਜਰਬਾ ਕਰਕੇ ਦੇਖ ਲਓ। ਜਿਹੜਾ ਪਰਮਾਤਮਾ ਵਾਲੇ ਪਾਸੇ ਲੱਗਦਾ, ਪਰਮਾਤਮਾ ਉਹਦੇ ਨਾਲ ਪਿਆਰ ਹੋ ਜਾਂਦਾ। ਪਰਮਾਤਮਾ ਕਹਿੰਦੇ ਭਗਤ ਵੱਛਲ, ਜਿਹੜਾ ਭਗਤੀ ਕਰਦਾ ਉਹਨੂੰ ਪਰਮਾਤਮਾ ਪਿਆਰ ਕਰਦਾ, ਤੇ ਜਿਹਨੂੰ ਪਰਮਾਤਮਾ ਪਿਆਰ ਕਰੇ ਉਹਨੂੰ ਹੋਰ ਕੀ ਚਾਹੀਦਾ ਵੇ। ਕਹਾਵਤ ਨਹੀਂ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁੱਸ ਜੇ। ਜਿਹਨੂੰ ਰੱਬ ਪਿਆਰ ਕਰੇ ਉਹਨੂੰ ਕੋਈ ਹੋਰ ਕਰੇ ਨਾ ਕਰੇ। ਨਾਲੇ ਜਿਹਨੂੰ ਰੱਬ ਪਿਆਰ ਕਰੇ ਨਾ, ਲੋਕ ਉਸਨੂੰ ਕਰਦੇ ਹੀ ਕਰਦੇ ਨੇ। ਕਿ ਮੈਂ ਦੇਖਿਆ ਜਿਹੜਾ ਰੱਬ ਨੂੰ ਪਿਆਰ ਕਰਦਾ ਨਾ,
ਰੱਬ ਕਹਿੰਦਾ ਅੱਛਾ ਤੂੰ ਮੈਨੂੰ ਪਿਆਰ ਕਰਦਾ, ਲੈ ਮੈਂ ਲੋਕਾਂ ਨੂੰ ਕਹਿੰਦਾ ਤੈਨੂੰ ਪਿਆਰ ਕਰਨਗੇ। ਰੱਬ ਕਹਿੰਦਾ ਤੂੰ ਮੇਰੀ ਵਡਿਆਈ ਕਰ ਦੇਣਾ, ਲੈ ਮੈਂ ਲੋਕਾਂ ਤੋਂ ਤੇਰੀ ਵਡਿਆਈ ਕਰਾ ਦੂੰਗਾ। ਜਿਹਦੀ ਮਰਜ਼ੀ ਹੈ। ਰੱਬ ਅਕਿਰਤ ਘਣ ਨਹੀਂ। ਉਹ ਕਹਿੰਦਾ ਤੂੰ ਮੇਰੇ ਲਈ ਕਰਦਾ, ਲੈ ਮੈਂ ਲੋਕਾਂ ਨੂੰ ਤੇਰੇ ਲਈ ਕਰਨ ਲਾ ਦੇਣਾ। ਤੁਸੀਂ ਪਰਮਾਤਮਾ ਦੀ ਸੇਵਾ ਕਰੋ, ਗੁਰੂ ਘਰ ਦੀ ਸੇਵਾ ਕਰੋ, ਪਰਮਾਤਮਾ ਤੁਹਾਡੇ ਦੇ ਸੇਵਾਦਾਰ ਲਾ ਦੇਗਾ। ਇਹ ਨਹੀਂ ਵੀ ਪਰਮਾਤਮਾ ਇਹ ਡਰ ਕਹਿੰਦਾ ਹਾਂ ਜੀ ਰਾਮ ਰਾਮ ਕਰੇ ਮੇਰੇ ਨਾਂ ਲਈ ਜਾਓ, ਨਾ। ਉਹ ਕਹਿੰਦਾ ਜੋ ਮੇਰਾ ਨਾਂ ਲਏਗਾ ਮੈਂ ਉਹਦੇ ਕਾਰਜ ਸਵਾਰਾਂਗਾ। ਔਰ ਇਹ ਨਹੀਂ ਵੀ ਕੱਲ ਪਰਸੋਂ ਨੂੰ ਸਵਾਰਾਂਗਾ, ਮੈਂ ਭੱਜੇ ਜਾਵਾਂਗਾ ਉਹਦੇ ਕਾਰਜ ਸਵਾਰਨ ਲਈ। ਇਹ ਨਹੀਂ ਵੀ ਹੌਲੀ ਹੌਲੀ ਜਾਵਾਂਗਾ ਜੀ, ਇਹ ਛੋਟੀ ਜਿਹੀ ਕੋਈ ਕਰ ਦੇਣਾ ਕਹਿੰਦਾ ਭੱਜੇ ਜਾਵਾਂਗਾ। ਇਹ ਤਾਂ ਅਸੀਂ ਉਹਦੀ ਭਜਨ ਬੰਦਗੀ ਕਰਦੇ ਨਹੀਂ, ਇਸ ਲਈ ਵਕਤ ਨੂੰ ਫੜੇ ਹੋਏ ਹਨ। ਭਜਨ ਬੰਦਗੀ ਕਰੋ, ਜੇ ਪਰਮਾਤਮਾ ਦੀ ਖੁਸ਼ੀ ਲਵੋ, ਆਨੰਦ ਹੀ ਆਨੰਦ ਹੈ ਜ਼ਿੰਦਗੀ। ਜਦੋਂ ਪਰਮਾਤਮਾ ਖੁਸ਼ ਹੋ ਗਿਆ, ਉਹ ਤੇ ਦਾਤਾ ਹੈ, ਉਹ ਤੇ ਦਾਤਾ ਹੈ। ਤੁਸੀਂ ਆਪਣੇ ਨੌਕਰਾਣੀ ਤੇ ਖੁਸ਼ ਹੋ, ਲੈ ਤੁਸੀਂ ਉਂਝੀ ਚੀਜ਼ ਲਿਆ ਲੈ ਕੇ ਉਹਨੂੰ ਦੇਈ ਜਾਓਗੇ। ਕੋਈ ਆਪਣਾ ਸੂਟ ਦੇਤਾ, ਕਦੇ ਕੋਈ ਚਾਦਰ ਦੇਤੀ, ਕਦੇ ਬਿਸਤਰਾ ਦੇਤਾ, ਸਰਦੀਆਂ 'ਚ ਸਵੈਟਰ ਦੇਤਾ, ਕਦੇ ਕੋਟੀ ਦੇਤੀ, ਕਦੇ ਬੂਟ ਦੇਤੇ, ਕਦੇ ਕੋਈ ਨਹੀਂ ਕਮੀ ਰਹਿਣ ਦਿੰਦੇ। ਅਗਰ ਤੁਹਾਡੇ ਆਖੇ ਲੱਗਦੀ ਹੈ, ਤੁਹਾਡਾ ਸਤਿਕਾਰ ਕਰਦੇ, ਤੁਸੀਂ ਵੀ ਕੋਈ ਕਮੀ ਨਹੀਂ ਰਹਿਣ ਦਿਓਗੇ। ਇਸ ਤਰ੍ਹਾਂ ਪਰਮਾਤਮਾ ਫਿਰ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ। ਜਿਹੜਾ ਨਾਲ ਉਹਦੇ ਕਾਰਜ ਸਵਾਰਦਾ ਹੈ, ਨਾਲ ਉਸਨੂੰ ਵੇਲ ਦਿੰਦਾ ਹੈ, ਨਾਲ ਉਹਦੇ ਕੰਮ ਕਰਦਾ, ਸਭ ਕੁਝ ਕਰਦਾ। ਇਸ ਲਈ ਫਰੀਦ ਸਾਹਿਬ ਕਹਿੰਦੇ ਨਹੀਂ ਤਾਂ ਫਿਰ ਦੋਨੋਂ ਅੱਖਾਂ ਦੇ ਹੁੰਦਿਆਂ ਹੋਇਆਂ ਦੇਖਦੇ ਕਦੇ ਮੌਤ ਨੇ ਆ ਜਾਣਾ, ਤੇਰੀ ਜਿੱਦ ਕੱਢ ਕੇ ਲੈ ਜਾਣੀ ਉਹਨੇ। ਇਸ ਲਈ ਜਿੰਨਾ ਸਮਾਂ ਤੈਨੂੰ ਮਿਲਿਆ ਹੋਇਆ ਹੈ, ਆਪਣਾ ਭਜਨ ਬੰਦਗੀ ਕਰ ਲਾ, ਉਹਨੂੰ ਲੇਖੇ ਲਾ ਲਾ। ਸਮਾਂ ਕਦੇ ਵਿਅਰਥ ਨਹੀਂ ਹੋਣਾ ਚਾਹੀਦਾ। ਸਮਾਂ ਬਹੁਤ ਕੀਮਤੀ ਹੁੰਦਾ ਹੈ। ਨਾ ਗਿਆਨ ਹੋਣ ਕਾਰਨ ਵੀ ਇੰਨਾ ਕੀਮਤੀ ਹੈ, ਇਹਨੂੰ ਬੰਦਾ ਵਿਅਰਥ ਗਵਾਉਂਦਾ ਹੈ। ਮੈਂ ਕਿ ਬੜਾ ਧਿਆਨ ਨਾਲ ਸੋਚਦਾ, ਮੈਨੂੰ ਬੜਾ ਅਫਸੋਸ ਹੁੰਦਾ ਹੈ ਕਿ ਮਨੁੱਖ ਕੋਲੇ ਜੋ ਕੁਛ ਹੈ ਇਹਨੂੰ ਵਰਤਣੇ ਨਹੀਂ ਆਉਂਦਾ। ਜੋ ਕੁਛ ਵੀ ਬੰਦੇ ਕੋਲੇ ਇਸ ਵੇਲੇ ਹੈ ਨਾ, ਇਹਨੂੰ ਵਰਤਣੇ ਨਹੀਂ ਆਉਂਦਾ। ਜੇ ਇਹਦੇ ਕੋਲੇ ਸਿਹਤ ਹੈ, ਇਹ ਨਹੀਂ ਇਹਨੂੰ ਵਰਤਣੇ ਆਉਂਦੀ, ਇਹ ਪੁੱਠੇ ਕੰਮ ਕਰਦਾ ਰਹਿੰਦਾ। ਤੰਦਰੁਸਤ ਬੰਦੇ ਚੋਰੀਆਂ ਕਰਦਾ, ਡਾਕੇ ਮਾਰਦਾ, ਮਾੜੇ ਕੰਮ ਕਰਦਾ, ਬਿਮਾਰ ਕਿੱਥੋਂ ਕਰੇਗਾ ਜੀ। ਪਰਮਾਤਮਾ ਨੇ ਤੰਦਰੁਸਤੀ ਦਿੱਤੀ ਹੈ, ਜਿੰਨਾ ਤੰਦਰੁਸਤ ਹੈ ਉਹਨਾਂ ਦੇ ਪੁੱਠੇ ਕੰਮ ਕਰਦਾ ਰਹਿੰਦਾ ਹੈ। ਪਰਮਾਤਮਾ ਨੇ ਵੇਹਲ ਦਿੱਤੀ, ਇਹਨੇ ਵੇਹਲ 'ਚ ਮਾੜੇ ਕੰਮ ਕਰਨੇ, ਉਹਨੇ ਵਿਅਰਥ ਗਵਾ ਦੇਣਾ। ਪਰਮਾਤਮਾ ਨੇ ਧਨ ਦਿੱਤਾ, ਇਹਨੂੰ ਵਰਤਣੇ ਨਹੀਂ ਆਉਂਦਾ, ਧਨ ਹੀ ਨਹੀਂ ਵਰਤਣਾ ਆਉਂਦਾ। ਕੋਲ ਧਨ ਹੈ, ਭੁੱਖਾ ਨੰਗਾ ਫਿਰੀ ਜਾਂਦਾ। ਕਿਉਂ? ਉਹ ਵਰਤਣੇ ਨਹੀਂ, ਕੁਚੱਜਿਆ। ਧਨ ਵਰਤਣੇ ਨਹੀਂ ਆਉਂਦਾ। ਧਨ ਵਰਤਣ ਲਈ ਹੈ, ਧਨ ਖਰਚਣ ਲਈ ਨਹੀਂ ਹੈ। ਮੈਂ ਦੇਖਿਆ, ਬੜੇ ਨਜ਼ਦੀਕ ਤੋਂ ਮੈਂ ਦੇਖਿਆ, ਲੋਕ ਧਨ ਖਰਚਦੇ ਨੇ, ਵਰਤਦੇ ਨਹੀਂ ਹੈ। ਜੇ ਕਿਤੇ ਤੁਹਾਨੂੰ ਧਨ ਵਰਤਣਾ ਆ ਜਾਏ, ਤੁਸੀਂ ਗਰੀਬ ਹੋ ਹੀ ਨਹੀਂ ਸਕਦੇ। ਸਭ ਨੂੰ ਵਰਤਣਾ ਹੀ ਨਹੀਂ ਆਉਂਦਾ। ਅਸੀਂ ਉਹਨੂੰ ਖਰਚ ਕਰਦੇ, ਤੇ ਖਰਚ ਤੇ ਭਾਵੇਂ ਇੱਕ ਲੱਖ ਰੁਪਏ ਕਰ ਦਿਓ। ਵਰਤਣ ਨਾਲ ਪੈਸਾ ਨਹੀਂ ਮੁੱਕਦਾ, ਖਰਚਣ ਨਾਲ ਇੱਕੋ ਦਿਨ 'ਚ ਮੁੱਕ ਸਕਦਾ, ਜਿੰਨਾ ਮਰਜ਼ੀ ਭਾਵੇਂ ਤੁਹਾਡੇ ਕੋਲ ਹੈ। ਪੈਸਾ ਵਰਤਣ ਦੀ ਜਾਚ ਸਿੱਖਣੀ ਹੈ, ਸਮੇਂ ਨੂੰ ਵਰਤਣ ਦੀ ਜਾਚ ਸਿੱਖਣੀ ਹੈ, ਤੰਦਰੁਸਤੀ ਮਿਲੇ ਨੂੰ ਵਰਤਣ ਦੀ ਜਾਚ ਸਿੱਖਣੀ ਹੈ। ਫਿਰ ਹੀ ਅਸੀਂ ਸੁਖੀ ਹੋ ਸਕਦੇ। ਕੁਚੱਜਾ ਬੰਦਾ ਕਿਵੇਂ ਸੁਖੀ ਹੋਵੇਗਾ? ਤੇ ਅਖੀਰ ਤੇ ਫਰੀਦ ਸਾਹਿਬ ਕਹਿੰਦੇ, ਫਰੀਦਾ ਵੇਖ ਕਪਾ ਹੈ ਜੇ ਥੀਆ, ਜੇ ਸਿਰ ਥੀਆ ਤਿਲੋਂ, ਲੱਲੇ ਨੂੰ ਕਰਨਾ ਬਿੰਦੇ ਤਿਲੋਂ, ਕਮਾਦੈ ਅਰ ਕਾਗਦੈ ਕੁੰਨੇ ਕੋਇਲਿਆਂ, ਮੰਦੇ ਅਮਲ ਕਰੇਂਦਿਆਂ ਇਹ ਸਜ਼ਾਏ। ਜੇ ਜਿਹਦੇ ਪਹਿਲੇ ਬਿੰਦੀ ਲਾਣੀ, ਸਜ਼ਾਏ ਤਿਲੋਂ। ਫਰੀਦ ਸਾਹਿਬ ਕਹਿੰਦੇ ਦੇਖ ਕਪਾਹ ਨਾਲ ਕੀ ਹੋਇਆ। ਅਰੇ ਕਪਾਹ ਨੂੰ ਵੇਲਿਆ, ਵੇਲਣੇ 'ਚ ਵੇਲਿਆ, ਫਿਰ ਉਹਨੂੰ ਪਿੰਜਿਆ। ਕਿੰਨੀ ਕਪਾਹ ਨੇ ਦੁੱਖ ਮਹਿਸੂਸ ਕੀਤਾ। ਜੇ ਸਿਰ ਥੀਆ ਤਿਲਾਂ, ਤੇ ਤਿਲਾਂ ਨਾਲ ਕੀ ਬੀਤਿਆ? ਕਹਾਣੀ 'ਚ ਪੀੜਤਾ। ਤਿਲਾਂ 'ਚੋਂ ਤੇਲ ਕੱਢਣੇ, ਉਹਨਾਂ ਨੂੰ ਕਹਾਣੀ 'ਚ ਪੀੜਿਆ ਗਿਆ। ਕਮਾਦਾ
ਕਮਾਦ ਵੀ ਦੇਖੋ ਘਲਾੜੀ ਪੀੜਦੇ ਨੇ ਕਿ ਨਹੀਂ, ਰਸ ਕੱਢਣ ਲਈ। ਕਾਗਜ਼ ਹੈ, ਜੇ ਕਾਗਜ਼ ਤੁਸੀਂ ਬਣਦਾ ਦੇਖੋ, ਘਾਹ ਤੋਂ ਕਾਗਜ਼ ਬਣਦਾ, ਵਿਸ਼ੇਸ਼ ਪ੍ਰਕਾਰ ਦਾ ਘਾਹ ਹੁੰਦਾ ਜਿਸ ਤੋਂ ਕਾਗਜ਼ ਬਣਦਾ। ਉਹਨੂੰ ਕਿੰਨੀ ਦੇਰ ਕੁੱਟਿਆ ਜਾਂਦਾ ਮਸ਼ੀਨਾਂ ਨਾਲ। ਪਹਿਲਾਂ ਤਾਂ ਉਖਲੀਆਂ 'ਚ ਕੁੱਟਦੇ ਹੁੰਦੇ ਸਨ, ਹੁਣ ਮਸ਼ੀਨਾਂ ਨਾਲ ਉਹਨੂੰ ਕੁੱਟਦੇ ਨੇ। ਐਨ ਬਰੀਕ ਕਰਨੇ, ਤਰਲ ਪਦਾਰਥ ਬਣਾ ਕੇ ਫਿਰ ਬਣਾਉਂਦੇ। ਕਹਿੰਦਾ ਕਿੰਨਾ ਦੁੱਖ ਹੁੰਦਾ। ਕੁੰਨ ਆ ਮਿੱਟੀ ਦੀ ਤੌੜੀ ਹੁੰਦੀ ਸੀ ਪਹਿਲਾਂ, ਜਿਸ ਦੇ ਵਿੱਚ ਕੀ ਸੀ, ਜਾਂ ਤੇ ਕਾੜ੍ਹਨੀ ਉਹਨੂੰ ਬਣਾ ਲੈ, ਜਿਹੜਾ ਦੁੱਧ ਕਾੜ੍ਹਦੇ ਸਨ, ਜਾਂ ਫਿਰ ਦਾਲਾਂ ਦੂਲਾਂ ਰੱਖਦੇ ਉਸਦੇ ਵਿੱਚ, ਹੌਲੀ 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 ਉਹ ਜਿਹੜਾ ਹੈ ਪੱਕਦੇ ਰਹਿੰਦੀਆਂ ਸਨ। ਉਹ ਹਮੇਸ਼ਾ ਅੱਗ ਤੇ ਰਹਿੰਦੀਆਂ ਤੌੜੀਆਂ। ਕੋਇਲਿਆਂ ਤੇ ਕੋਲਿਆਂ ਦਾ ਕੀ ਹਾਲ ਹੈ, ਪਹਿਲਾਂ ਲੱਕੜ ਫੂਕੀ ਜਾਂਦੀ ਹੈ, ਫਿਰ ਉਹਦੇ ਕੋਲੇ ਬਣਾਏ ਜਾਂਦੇ ਨੇ। ਕਹਿੰਦਾ ਦੇਖ ਲੈ ਇਹਨਾਂ ਨੂੰ ਕੀ ਸਜ਼ਾ ਮਿਲਦੀ ਹੈ। ਕਪਾਹ ਦਾ ਹਾਲ ਵੇਖ ਲੈ, ਤਿਲਾਂ ਦਾ ਹਾਲ ਵੇਖ ਲੈ, ਕਮਾਦ ਦਾ ਵੇਖ ਲੈ, ਕਾਗਜ਼ ਦਾ ਵੇਖ ਲੈ, ਕੁੰਨੇ ਤੌੜੀ ਦਾ ਵੇਖ ਲੈ, ਤੇ ਕੋਇਲਿਆਂ ਦਾ ਵੇਖ ਲੈ। ਇਹਨਾਂ ਨੂੰ ਕਿੰਨੀ ਸਜ਼ਾ ਮਿਲਦੀ ਹੈ। ਮੰਦੇ ਅਮਲ ਕਰਿੰਦੇ ਹਨ। ਅਮਲ ਦੇ ਕੰਮ, ਜਿਹੜੇ ਮਾੜੇ ਕੰਮ ਕਰਦੇ ਨਾ, ਇਹ ਸਜ਼ਾਏ ਤੇ ਨਾ ਉਹਨਾਂ ਨੂੰ ਇਹੋ ਜਿਹੀ ਸਜ਼ਾ ਦਿੱਤੀ ਜਾਂਦੀ ਉੱਥੇ, ਵੀ ਆ ਜਾਵੇ ਸਜਣਾ। ਜਿਹੜੇ ਮਾੜੇ ਕੰਮ ਸੰਸਾਰ ਜਿਹੜੇ ਕਰਦੇ ਰਹਿੰਦੇ ਨੇ, ਉਹਨਾਂ ਨੂੰ ਫਿਰ ਜਿਵੇਂ ਕਪਾਹ ਹੈ ਵੇਲਣੇ ਦੇ ਵਿੱਚ ਲੰਘਾਈ ਜਾਂਦੀ ਹੈ, ਇਸ ਤਰ੍ਹਾਂ ਸਜ਼ਾਵਾਂ ਉੱਥੇ ਫਿਰ ਦਿੱਤੀਆਂ, ਉਦਾਹਰਨਾਂ ਦਿੱਤੀਆਂ ਵੀ ਇਹੋ ਜਿਹੀਆਂ ਸਜ਼ਾਵਾਂ ਉੱਥੇ ਦੇਣਗੇ ਜਿਹੜੇ ਮਾੜੇ ਕੰਮ ਕਰਦੇ ਰਹਿੰਦੇ ਨੇ। ਵੀ ਕਿਸੇ ਤਰ੍ਹਾਂ ਮਨੁੱਖ ਨੂੰ ਸਮਝ ਆ ਜਾਏ, ਇਹ ਸ਼ੁਭ ਕਰਮ ਕਰਨ ਲੱਗ ਜਾਏ, ਤਾਂ ਜੋ ਇਹਨਾਂ ਸਜ਼ਾਵਾਂ ਤੋਂ ਇਹ ਬਚਿਆ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।